ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਦੀ ਗੁਰਮਤਿ ਕਲਾਸ USA ਦੇ ਵਿੱਚ ਸਾਰੇ ਵੀਰ ਭੈਣਾਂ ਨੂੰ ਜੀ ਆਇਆਂ। ਜਿਵੇਂ ਆਪ ਜੀ ਨੂੰ ਪਤਾ ਹੈ ਕਿ ਹਰ ਸ਼ੁੱਕਰਵਾਰ ਨੂੰ ਗੁਰਬਾਣੀ ਦੇ ਜਿਹੜੇ ਚੁਣੇ ਹੋਏ ਸ਼ਬਦ ਹਨ ਉਹਨਾਂ ਦੀ ਵਿਆਖਿਆ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਤੋਂ ਅੱਜ ਜੋ ਸ਼ਬਦ ਬਿਲਾਵਲ ਰਾਗ ਦੇ ਵਿੱਚ ਕਬੀਰ ਸਾਹਿਬ ਦਾ ਕਥਾ ਵਾਸਤੇ ਨਿਯਤ ਕੀਤਾ ਹੈ ਉਹ ਹੈ ਅੰਗ 857 ਦੇ ਉੱਪਰ ਬਿਲਾਵਲ ਰਾਗ ਵਿੱਚ। इन माया जगदीश गोसाई तुम्हारे चरण बिसारे किंचित प्रीत न उपजै जन को जन कहाँ करै बेचारे रहो। तो इस शब्द की व्याख्या जिहड़ी है वो वीर नछत्र सिंह जी कर रहे हैं। तो मैं उन्होंने बेनती करांगा कि वो अज के विचार ਨੂੰ आरंभ करन। वाहिगुरू जी का खालसा वाहिगुरू जी की फतेह। ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਬਿਲਾਵਲ इन माया जगदीश गुसाई तुमरे चरण विसारे किंचत प्रीत न उपजै जन को जन कहाँ करे विचारे रहाओ। त्रिग तन त्रिग धन त्रिग ए माया त्रिग त्रिग मत बुध फनी। इस माया को दृढ़ कर राखो बांधे आब बचनी। क्या खेती क्या लेवा देई पर पंच झूठ गुमाना। कह कबीर ते अंत बिगुतै आया काल निदाना। क्या खेती क्या लेवा देई पर पंच झूठ गुमाना। कह कबीर ते अंत बिगुते आया काल निदाना। वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ USA ਤੋਂ ਚੱਲ ਰਹੀ ਜ਼ੂਮ ਕਲਾਸ ਦੇ ਵਿੱਚ ਜੁੜ ਬੈਠੇ ਸਮੂਹ ਸਤਸੰਗੀ ਪਿਆਰ ਜਨਿਓ, ਅੱਜ ਜੋ ਆਪਾਂ ਪਾਵਨ ਸ਼ਬਦ ਵਿਚਾਰ ਅਧੀਨ ਲਿਆ ਹੈ, ਇਹ ਪਾਵਨ ਸ਼ਬਦ ਬਿਲਾਵਲ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 857 ਉੱਪਰ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਸ ਪਾਵਨ ਸ਼ਬਦ ਦੇ ਦੋ ਪਦੇ ਨੇ ਤੇ ਤੀਸਰਾ ਪਦਾ ਰਹਾਉ ਵਾਲਾ ਪਦਾ ਹੈ। ਰਹਾਉ ਵਾਲੇ ਪਦੇ ਦੇ ਵਿੱਚ ਭਗਤ ਕਬੀਰ ਜੀ ਨੇ ਜਿਵੇਂ ਹਰੇਕ ਸ਼ਬਦ ਦੇ ਵਿੱਚ ਉਸ ਸ਼ਬਦ ਦਾ ਕੇਂਦਰੀ ਭਾਵ ਹੋਇਆ ਕਰਦਾ ਹੈ, ਇਸੇ ਤਰ੍ਹਾਂ ਪਹਿਲੇ ਪਦੇ ਦੇ ਵਿੱਚ ਹੀ ਭਗਤ ਕਬੀਰ ਜੀ ਨੇ ਰਹਾਉ ਵਾਲਾ ਪਦਾ ਅੰਕਿਤ ਕਰਕੇ ਇਸ ਦੇ ਵਿੱਚ ਸ਼ਬਦ ਦਾ ਮੂਲ ਭਾਵ ਕੇਂਦਰੀ ਭਾਵ ਅੰਕਿਤ ਕੀਤਾ ਹੈ। ਮੂਲ ਭਾਵ ਰਹਾਉ ਵਾਲੇ ਪਦੇ ਦੇ ਵਿੱਚ ਭਗਤ ਕਬੀਰ ਜੀ ਕਹਿੰਦੇ ਨੇ, ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ किंचत प्रीत न उपजै जन को जन करी विचारे रहाओ। भगत कबीर जी कहते ने, इन माया, इस माया ने जगदीश गुसाई, ए जगत दे मालक, हे जगत दे खसम, तुमरे चरण विसारे, इस माया ने तेरे चरना दी याद भुला दिती है।
ਭਾਵ ਤੇਰੇ ਨਾਮ ਨੂੰ ਭੁਲਾ ਦਿੱਤਾ ਹੈ। ਕਿੰਚਤ ਪ੍ਰੀਤ ਨਾ ਉਪਜੇ ਜਨ ਕੋ, ਜੀਵ ਵਿਚਾਰੇ ਕੀ ਕਰਨ। ਕਬੀਰ ਜੀ ਕਹਿੰਦੇ ਨੇ ਇਸ ਮਾਇਆ ਦੇ ਕਾਰਨ ਜੀਵਾਂ ਦੇ ਅੰਦਰ ਤੇਰੇ ਚਰਨਾਂ ਦੀ ਰਤਾ ਵੀ ਪਿਆਰ ਨਹੀਂ ਪਾਉਂਦਾ, ਭਾਵ ਤੇਰੇ ਨਾਮ ਦੇ ਨਾਲ ਚਿੱਤ ਨਹੀਂ ਜੁੜਦਾ, ਤੇਰੇ ਨਾਲ ਰਤਾ ਵੀ ਪਿਆਰ ਜਿਹੜਾ ਹੈ, ਪ੍ਰੀਤ ਜਿਹੜੀ ਹੈ ਉਹ ਪੈਦਾ ਨਹੀਂ ਹੁੰਦੀ। ਹੁਣ ਭਗਤ ਕਬੀਰ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਮਾਇਆ ਦੀ ਗੱਲ ਕੀਤੀ ਹੈ। ਮਨੁੱਖ ਜ਼ਿੰਦਗੀ ਦੇ ਦੋ ਪੱਖ ਨੇ, ਇੱਕ ਦੀ ਜ਼ਿੰਦਗੀ ਦਾ ਪੱਖ ਹੈ ਤਨ ਦਾ, ਤੇ ਦੂਸਰਾ ਪੱਖ ਜਿਹੜਾ ਹੈ ਉਹ ਮਨ ਦਾ। ਤਨ ਦੀਆਂ ਆਪਣੀਆਂ ਲੋੜਾਂ ਨੇ ਤੇ ਮਨ ਦੀਆਂ ਆਪਣੀਆਂ ਲੋੜਾਂ ਨੇ। ਸੁਹੇਲੀ ਜ਼ਿੰਦਗੀ ਵਾਸਤੇ ਮਨੁੱਖ ਨੂੰ ਇਹਨਾਂ ਦੋਨਾਂ ਦਾ ਹੀ ਖਿਆਲ ਰੱਖਣਾ ਪੈਂਦਾ ਹੈ। ਔਰ ਇਹ ਵੀ ਯਾਦ ਰੱਖਿਓ, ਤਨ ਦਾ ਸੰਬੰਧ ਸੰਸਾਰ ਦੇ ਨਾਲ ਹੈ ਤੇ ਮਨ ਦਾ ਸੰਬੰਧ ਨਿਰੰਕਾਰ ਦੇ ਨਾਲ ਹੈ। ਤਨ ਦੇ ਨਿਰਵਾਹ ਦੇ ਵਾਸਤੇ ਜਿਹੜੀਆਂ ਲੋੜਾਂ ਪੂਰੀਆਂ ਹੋਣੀਆਂ ਨੇ ਉਹ ਸੰਸਾਰ ਦੇ ਵਿੱਚੋਂ ਪੂਰੀਆਂ ਹੋਣੀਆਂ ਨੇ, ਤੇ ਮਨ ਦੀਆਂ ਨਿਰਵਾਹ ਦੇ ਵਾਸਤੇ ਉਹ ਨਿਰੰਕਾਰ ਤੋਂ ਲੋੜਾਂ ਪੂਰੀਆਂ ਹੋਣੀਆਂ ਨੇ। ਹੁਣ ਮਨੁੱਖ ਦਾ ਜਿਹੜਾ ਤਨ ਹੈ ਉਹ ਪੰਜ ਤੱਤਾਂ ਤੋਂ ਬਣਿਆ ਹੋਇਆ, ਆਖਰ ਉਹਨੇ ਪੰਜ ਤੱਤਾਂ ਦੇ ਵਿੱਚ ਹੀ ਸਮਾ ਜਾਣਾ। ਮਨ ਜਿਹੜਾ ਹੈ ਉਹ ਸਤਿਗੁਰੂ ਜੀ ਕਹਿੰਦੇ ਨੇ ਵੀ ਪਰਮੇਸ਼ਰ ਦੀ ਜੋਤ ਸਰੂਪ ਹੈ, ਤੇ ਉਸ ਨੇ ਪਰਤ ਕੇ ਮਨ ਨੇ ਜਿਹੜਾ ਹੈ, ਜੋ ਮਨੁੱਖ ਦੇ ਹਿਰਦੇ ਦੇ ਅੰਦਰ ਮਾਲਕ ਦੀ ਜੋਤ ਵਸਦੀ ਹੈ, ਉਹਨੇ ਮਾਲਕ ਦੇ ਨਾਲ, ਪਰਮੇਸ਼ਰ ਦੇ ਨਾਲ ਮੁੜ ਅਭੇਦ ਹੋਣਾ ਹੈ। ਪਰੰਤੂ ਜਦੋਂ ਆਪਾਂ ਵੇਖਦੇ ਹਾਂ ਮਾਇਆ ਜਿਹੜੀ ਹੈ ਉਹ ਸਾਨੂੰ ਬਾਹਰੀ ਯਤਨਾਂ ਦੇ ਨਾਲ ਮਿਲਦੀ ਹੈ, ਤੇ ਅੰਦਰੂਨੀ ਜਿਹੜੀ ਖੁਸ਼ੀ ਹੈ, ਆਨੰਦ ਹੈ, ਜਾਂ ਅੰਦਰੂਨੀ ਜੀਵਨ ਜਿਹੜਾ ਹੈ ਉਹ ਸਾਨੂੰ ਨਿਰੰਕਾਰ ਦੇ ਨਾਲ ਮਿਲਾਪ ਕਰਨ ਦੇ ਨਾਲ ਮਿਲਣਾ ਹੈ। ਅਸੀਂ ਜਿਹੜਾ ਹੈ ਉਹ ਸੰਸਾਰ ਦੇ ਅੰਦਰ ਤਰੀਕਾ ਜਿਹੜਾ ਹੈ ਉਹ ਬਦਲ ਲਿਆ। ਮਨੁੱਖ ਨੇ ਮਾਇਆ ਦੇ ਨਾਲ ਹਰੇਕ ਕੰਮ ਕਰਨ ਦੀ ਸੋਚੀ, ਪਰੰਤੂ ਜਿਸ ਮਾਇਆ ਦੇ ਨਾਲ ਇਹਨੇ ਧਰਮ ਕਮਾਉਣ ਦੀ ਗੱਲ ਸੋਚੀ, ਸਤਿਗੁਰੂ ਕਹਿਣ ਲੱਗੇ ਉਸ ਮਾਇਆ ਨੇ ਤੇ ਸਗੋਂ ਮਨੁੱਖ ਨੂੰ ਪਰਮੇਸ਼ਰ ਦੇ ਨਾਲੋਂ ਵਿਛੋੜ ਦਿੱਤਾ। ਉਸ ਮਾਇਆ ਨੇ ਪਰਮੇਸ਼ਰ ਦੇ ਨਾਲ ਪ੍ਰੀਤ ਜਿਹੜੀ ਆ ਉਹ ਵੀ ਪੈਣ ਨਹੀਂ ਦਿੱਤੀ। ਤੇ ਜਦੋਂ ਅਸੀਂ ਮਾਇਆ ਦੀ ਗੱਲ ਕਰਦੇ ਹਾਂ ਤੇ ਸਾਡੇ ਮਨ ਵਿੱਚ ਇਹ ਵੀ ਬੜਾ ਵੱਡਾ ਭੁਲੇਖਾ ਬਣ ਜਾਂਦਾ ਹੈ ਕਿ ਮਾਇਆ ਕੇਵਲ ਜਿਹੜੀ ਆਪਾਂ ਬਟੂਏ ਦੇ ਵਿੱਚ, ਜੇਬ ਦੇ ਵਿੱਚ ਪੈਸੇ ਦੇ ਰੂਪ ਦੇ ਵਿੱਚ ਪਾਉਂਦੇ ਆ, ਉਹਨੂੰ ਆਪਾਂ ਆਮ ਤੌਰ ਤੇ, ਆਮ ਮਨੁੱਖ ਉਸ ਨੂੰ ਹੀ ਮਾਇਆ ਕੇਵਲ ਸਮਝਦਾ ਹੈ। ਭਾਈ ਕਾਹਨ ਸਿੰਘ ਨਾਭਾ ਜੀ ਦੇ ਮਹਾਨ ਕੋਸ਼ ਦਾ ਥੋੜਾ ਜਿਹਾ ਸਹਾਰਾ ਲੈ ਲਈਏ। ਉਹਨਾਂ ਨੇ ਮਾਇਆ ਦੇ ਅਰਥ ਲਿਖੇ ਨੇ, ਛਲ, ਕਪਟ, ਦੰਭ, ਜਗ ਰਚਨਾ ਦਾ ਕਾਰਨ ਰੂਪ ਈਸ਼ਵਰ ਦੀ ਸ਼ਕਤੀ। ਮਹਾਨ ਕੋਸ਼ ਦੇ ਵਿੱਚ ਉਹਨਾਂ ਨੇ ਇਹਦੇ ਅਰਥ ਇਹ ਲਿਖੇ ਨੇ। ਹਿੰਦੂ ਮਿਥਿਹਾਸ ਕੋਸ਼ ਨੂੰ ਜਦੋਂ ਆਪਾਂ ਵੇਖਦੇ ਆ, ਹਿੰਦੂ ਮਿਥਿਹਾਸ ਕੋਸ਼ ਦੇ ਵਿੱਚ ਮਾਇਆ ਨੂੰ ਛਲ, ਕਪਟ ਅਤੇ ਛਲ ਦਾ ਸਵਰਗੀ ਇਸਤਰੀ ਦੇ ਰੂਪ ਵਿੱਚ ਮਾਨਵੀਕਰਨ ਕੀਤਾ ਹੈ, ਜਿਸ ਦੀ ਸਿਰਜਣਾ ਕਿਸੇ ਮਨੁੱਖ ਦੇ ਛਲਣ ਦੇ ਮਨੋਰਥ ਵਜੋਂ ਕੀਤੀ ਜਾਂਦੀ ਹੈ। ਪਰੰਤੂ ਜਦੋਂ ਅਸੀਂ ਗੁਰਬਾਣੀ ਨੂੰ ਵੇਖਦੇ ਆ, ਗੁਰਬਾਣੀ ਦੇ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਦੋ ਪਾਵਨ ਬਚਨ ਸਾਨੂੰ ਬਹੁਤ ਵੱਡੀ ਅਗਵਾਈ ਬਖਸ਼ਿਸ਼ ਕਰਦੇ ਨੇ। ਇੱਕ ਪਾਵਨ ਬਚਨ ਹੈ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦਾ, ਜਿਸ ਨੂੰ ਆਪਾਂ ਹਰ ਰੋਜ਼ ਹੀ ਪੜ੍ਹਦੇ ਹਾਂ। ਉਹਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਇਹ ਮਾਇਆ ਜਿਤ ਹਰ ਬਿਸਰੇ, ਮੋਹ ਉਪਜੇ ਭਾਉ ਦੂਜਾ ਲਾਇਆ। ਵੀ ਇਹ ਸਭ ਕੁਝ ਮਾਇਆ ਹੈ। ਉਹ ਧਨ ਪਦਾਰਥ ਵੀ ਹੋ ਸਕਦਾ ਹੈ, ਉਹ ਮਹਿਲ ਮਾੜੀਆਂ ਵੀ ਹੋ ਸਕਦੀਆਂ ਨੇ, ਉਹ ਮਨੁੱਖ ਦੀ ਹਸਤੀ ਵੀ ਹੋ ਸਕਦੀ ਹੈ, ਕਿਸੇ ਉੱਚੀ ਪਦਵੀ ਦੇ ਕਾਰਨ ਮਨੁੱਖ ਦਾ ਸੁਹੱਪਣ ਵੀ ਹੋ ਸਕਦਾ ਹੈ। ਹਰੇਕ ਚੀਜ਼ ਜਿਹੜੀ ਸਾਨੂੰ ਮਾਲਕ ਦੇ ਨਾਲੋਂ ਵਿਛੋੜ ਦਿੰਦੀ ਹੈ, ਇਹ ਮਾਇਆ ਜਿੱਤ ਹਰ ਵਿਸਰੇ, ਜਿਹਦੇ ਸੰਪਰਕ ਵਿੱਚ ਆਉਣ ਦੇ ਨਾਲ
ਮਨੁੱਖ ਹਰੀ ਪਰਮੇਸ਼ਰ ਨੂੰ ਵਿਸਾਰ ਦਿੰਦਾ ਹੈ, ਮਨ ਦੇ ਵਿੱਚ ਮੋਹ ਪੈਦਾ ਹੁੰਦਾ ਹੈ ਤੇ ਉਹ ਪਿਆਰ ਜਿਹੜਾ ਹੈ ਪਰਮੇਸ਼ਰ ਨੂੰ ਛੱਡ ਕੇ ਦੂਸਰਿਆਂ ਦੇ ਨਾਲ ਲਾ ਦਿੰਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਲੱਗੇ ਇਹ ਮਾਇਆ ਹੈ, ਇਹ ਮਾਇਆ ਜਿਤ ਹਰ ਵਿਸਰੇ, ਮੋਹ ਉਪਜੇ ਭਉ ਦੂਜਾ ਲਾਇਆ, ਕਹੈ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨੇ ਵਿੱਚੇ ਮਾਇਆ ਪਾਇਆ। ਪਰ ਧੰਨ ਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਨਾਲ ਉਹਦਾ ਰਸਤਾ ਵੀ ਦੱਸ ਦਿੱਤਾ ਵੀ ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਜਿਨ੍ਹਾਂ ਦੀ ਲਿਵ ਗੁਰੂ ਦੇ ਨਾਲ ਜੁੜ ਜਾਂਦੀ ਹੈ, ਪਰਮੇਸ਼ਰ ਦੇ ਨਾਲ ਜੁੜ ਜਾਂਦੀ ਹੈ, ਸਤਿਗੁਰੂ ਮਹਾਰਾਜ ਕਹਿਣ ਲੱਗੇ ਤਿੰਨੇ ਉਹਨਾਂ ਲੋਕਾਂ ਨੇ ਵਿੱਚੇ ਮਾਇਆ ਪਾਇਆ। ਉਹ ਸਾਰਾ ਕੁਝ ਹੰਢਾਉਂਦਿਆਂ ਹੋਇਆਂ, ਚੰਗਾ ਖਾਂਦਿਆਂ ਪੈਂਦਿਆਂ, ਚੰਗਾ ਮੰਨਦਿਆਂ, ਸਭ ਕੁਝ ਉਹਨਾਂ ਦੇ ਹੁੰਦਿਆਂ ਹੋਇਆਂ ਉਹ ਵਿੱਚੇ ਹੀ ਸਭ ਕੁਝ ਮੁਕਤ ਹੋ ਜਾਂਦਾ ਹੈ। ਭਾਵ ਉਹ ਪਰਮੇਸ਼ਰ ਦੇ ਨਾਲ ਇੱਕਮਿਕ ਹੋ ਜਾਂਦੇ, ਇਹ ਮਾਇਆ ਉਹਨਾਂ ਨੂੰ ਪਾਉਂਦੀ ਨਹੀਂ ਹੈ। ਪਰ ਜਦੋਂ ਕਿਤੇ ਅਸੀਂ ਕੇਵਲ ਇਹਨਾਂ ਪਦਾਰਥਾਂ ਦੇ ਵਿੱਚ ਖਚਤ ਹੋ ਜਾਂਦੇ ਹਾਂ, ਜਿਨ੍ਹਾਂ ਪਦਾਰਥਾਂ ਦੇ ਕਾਰਨ ਸਾਨੂੰ ਪਰਮੇਸ਼ਰ ਵਿਸਰ ਜਾਂਦਾ ਹੈ, ਫਿਰ ਉਹ ਮਾਇਆ ਬਣ ਜਾਂਦੀ ਹੈ। ਸ੍ਰੀ ਰਾਗ ਦੇ ਵਿੱਚ ਧੰਨ ਗੁਰੂ ਗੁਰੂ ਅਮਰਦਾਸ ਮਹਾਰਾਜ ਦਾ ਦੂਸਰਾ ਪਾਵਨ ਸ਼ਬਦ ਹੈ, ਉਹਦੇ ਵਿੱਚ ਵੀ ਸਤਿਗੁਰ ਕਹਿੰਦੇ ਨੇ ਮਾਇਆ ਕਿਸ ਨੂੰ ਆਖੀਏ, ਸਵਾਲ ਕਰਦੇ ਨੇ ਵੀ ਮਾਇਆ ਕਿਹਨੂੰ ਆਖਦੇ ਨੇ। ਕਿਆ ਮਾਇਆ ਕਰਮ ਕਮਾਏ, ਮਾਇਆ ਕਰਮ ਕੀ ਕਮਾਉਂਦੀ ਹੈ। ਦੁੱਖ ਸੁੱਖ ਇਹ ਜੀਉ ਬੰਦ ਹੈ, ਹਉਮੈ ਕਰਮ ਕਮਾਏ। ਵੀ ਮਨੁੱਖ ਦੁੱਖ ਦੇ ਵਾਸਤੇ ਤੇ ਕੋਈ ਤੁਰਦਾ ਨਹੀਂ ਹੈ, ਪਰ ਦੁੱਖ ਦੇ ਵਿੱਚ ਬਹੁਤਾ ਮਹਿਸੂਸ ਕਰਦਾ ਦੁੱਖ, ਤੇ ਸੁੱਖ ਦੇ ਵਿੱਚ ਬਹੁਤਾ ਅਲਾਰਪਣ ਦੇ ਵਿੱਚ ਆ ਜਾਂਦਾ ਹੈ। ਜਾਂ ਦੂਜੇ ਸ਼ਬਦਾਂ ਵਿੱਚ ਇਹ ਕਹਿ ਲਓ ਕਿ ਮਨੁੱਖ ਦੁੱਖ ਸੁੱਖ ਨੂੰ ਮਹਿਸੂਸ ਕਰਨ ਲੱਗ ਪੈਂਦਾ ਹੈ, ਉਹਦੇ ਵਿੱਚ ਵਧਿਆ ਰਹਿੰਦਾ ਹੈ। ਤੇ ਨਾਲ ਸਤਿਗੁਰ ਕਹਿੰਦੇ ਨੇ ਹਉਮੈ ਕਰਮ ਕਮਾਏ, ਨਾਲ ਉਹ ਹਉਮੈ ਦੇ ਕਰਮ ਜਿਹੜੇ ਨੇ ਉਹ ਵੀ ਕਰਦਾ ਹੈ। ਤੇ ਸਤਿਗੁਰ ਮਹਾਰਾਜ ਕਹਿਣਗੇ ਉਹ ਮਾਇਆ ਹੈ। ਦੁੱਖ ਸੁੱਖ ਇਹ ਜੀਉ ਬੰਦ ਹੈ, ਹਉਮੈ ਕਰਮ ਕਮਾਏ। ਇਹਨੂੰ ਸਤਿਗੁਰ ਮਹਾਰਾਜ ਨੇ ਮਾਇਆ ਕਿਹਾ ਹੈ। ਹੋਰ ਭਾਵੇਂ ਮਨੁੱਖ ਦੇ ਕੋਲੋਂ ਸਭ ਕੁਝ ਹੋਵੇ, ਕਿਉਂਕਿ ਇਤਿਹਾਸਕ ਪੱਖ ਤੋਂ ਵੀ ਜਦੋਂ ਆਪਾਂ ਵੇਖਦੇ ਹਾਂ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵਕਤ ਬਹੁਤ ਅਮੀਰ ਸਿੱਖ ਹੋਏ ਨੇ। ਭਾਈ ਮਨਸੁਖ ਵਰਗੇ ਗੁਰੂ ਕੇ ਪਿਆਰੇ, ਜਿਨ੍ਹਾਂ ਦਾ ਵਪਾਰ ਸਿੰਗਲਾ ਦੀਪ ਤੱਕ ਚੱਲਦਾ ਹੈ, ਜਿਨ੍ਹਾਂ ਦਾ ਵਪਾਰ ਬਹੁਤ ਵੱਡੇ ਵੱਡੇ ਦੇਸ਼ਾਂ ਦੇ ਨਾਲ ਚੱਲਦਾ ਹੈ। ਤੇ ਜਦੋਂ ਧੰਨ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਭਾਈ ਮਨਸੁਖ ਨੇ ਕਿਹਾ ਸੀ ਨਾ ਕਿ ਸਤਿਗੁਰੂ ਮੇਰਾ ਜੀ ਕਰਦਾ ਹੁਣ ਮੈਂ ਸਭ ਕੁਝ ਛੱਡ ਦੇਵਾਂ ਤੇ ਤੁਹਾਡੇ ਚਰਨਾਂ ਵਿੱਚ ਜ਼ਿੰਦਗੀ ਗੁਜ਼ਾਰਾਂ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਸੀ ਨਹੀਂ ਭਾਈ ਮਨਸੁਖ, ਕਿਰਤ ਬਿਰਤ ਕਰਨ ਦੀ ਕਿਰਤ ਬਿਰਤ ਛੱਡਣ ਦੀ ਲੋੜ ਨਹੀਂ ਹੈ, ਸਗੋਂ ਕਿਰਤ ਬਿਰਤ ਕਰਦਿਆਂ ਹੋਇਆਂ ਹੀ ਆਪਣੇ ਜੀਵਨ ਦੇ ਅੰਦਰ ਮਾਲਕ ਨੂੰ ਚੇਤੇ ਰੱਖਣਾ। ਜਦੋਂ ਮਾਲਕ ਚੇਤੇ ਹੋ ਜਾਵੇ, ਫਿਰ ਦੁਨੀਆ ਦੀਆਂ ਸਾਰੀਆਂ ਸੁੱਖ ਸਹੂਲਤਾਂ ਜਿਹੜੀਆਂ ਨੇ ਉਹ ਮਨੁੱਖ ਦੇ ਵਾਸਤੇ ਬਹੁਤ ਵਧੀਆ ਨੇ, ਕਿਉਂਕਿ ਸਰੀਰ ਦੀਆਂ ਜਿਹੜੀਆਂ ਲੋੜਾਂ ਨੇ ਉਹ ਕੇਵਲ ਤੇ ਕੇਵਲ ਇਸ ਮਾਇਆ ਦੇ ਨਾਲ ਹੀ ਸਾਨੂੰ ਪ੍ਰਾਪਤ ਹੋਣੀਆਂ ਨੇ। ਮਾਇਆ ਦੁਨਿਆਵੀ ਜਿਹੜੀ ਉਸ ਤੋਂ ਬਗੈਰ ਮਨੁੱਖ ਦਾ ਜੀਵਨ ਗੁਜ਼ਾਰਾ ਵੀ ਨਹੀਂ ਚੱਲਦਾ, ਤੇ ਉਹ ਮਾਇਆ ਸਾਨੂੰ ਕਿਰਤ ਦੇ ਵਿੱਚੋਂ ਪ੍ਰਾਪਤ ਹੋਣੀ ਹੈ, ਜਿਹਨੂੰ ਆਪਾਂ ਧਨ ਕਹਿ ਦਿੰਦੇ ਹਾਂ। ਪਰੰਤੂ ਜਦੋਂ ਕਿਤੇ ਧਨ ਪਦਾਰਥ ਜਾਂ ਫਿਰ ਹੋਰ ਜਿਤਨੇ ਵੀ ਪਦਾਰਥ ਨੇ ਉਹ ਜਦੋਂ ਸੰਪਰਕ ਵਿੱਚ ਆਉਣ ਦੇ ਨਾਲ ਮਨੁੱਖ ਰੱਬ ਨੂੰ ਭੁਲਾ ਜਾਂਦਾ ਹੈ, ਤੇ ਫਿਰ ਉਹ ਮਾਇਆ ਬਣ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਨੇ ਬਾਬਾ ਮਾਇਆ ਰਚਨਾ ਧੋ, ਮਾਇਆ ਜਿਹੜੀ ਹੈ ਉਹਦੀ ਰਚਨਾ ਠੱਗੀ ਕਰਨ ਵਾਸਤੇ, ਭਾਵ ਇਹ ਮਾਇਆ ਜਿਹੜੀ ਹੈ ਠੱਗ ਲੈਂਦੀ ਹੈ। ਤੇ ਜੋ ਉਸ ਠੱਗੇ ਹੋਏ ਮਨੁੱਖ ਨੂੰ ਸਤਿਗੁਰੂ ਜੀ ਕਹਿੰਦੇ ਨੇ ਅੰਧੇ ਨਾਮ ਵਿਸਾਰਿਆ, ਨਾ ਤਿਸ ਇਹ ਨਾ ਉਹ। ਜਦੋਂ ਮਾਇਆ ਦੇ ਵਿੱਚ ਅੰਨਾ ਹੋਇਆ, ਗਲਤਾਨ ਹੋਇਆ, ਹਉਮੈ ਹੰਕਾਰ ਵਿੱਚ ਅੰਨਾ ਹੋਇਆ, ਨਾਮ ਨੂੰ ਵਿਸਾਰਿਆ ਹੋਇਆ, ਤੇ ਸਤਿਗੁਰ ਕਹਿੰਦੇ ਨੇ ਨਾ ਫਿਰ ਇਹ ਮਨੁੱਖ ਇੱਥੇ ਦਾ ਰਹਿੰਦਾ ਹੈ ਤੇ ਨਾ ਅੱਗੇ ਦਾ ਰਹਿੰਦਾ ਹੈ। ਭਾਵ ਉਹਨੂੰ ਕਿਤੇ ਵੀ ਢੋਈ ਜਿਹੜੀ ਆ ਉਹ ਨਹੀਂ ਮਿਲਦੀ। ਧੰਨ ਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਵੀ ਕਹਿੰਦੇ ਨੇ ਮਾਇਆ ਜਾਲ ਪਸਾਰਿਆ, ਭੀਤਰ ਚੋਗ ਬਣਾਏ। ਮਾਇਆ ਨੇ ਚਾਰੇ ਪਾਸੇ ਜਾਲ ਜਿਹੜਾ ਹੈ ਨਾ ਉਹ ਵਸਾਰਿਆ ਹੋਇਆ ਹੈ, ਉਹਨੇ ਵਿੱਚ ਚੋਗਾ ਵੀ ਪਾਇਆ ਹੋਇਆ ਹੈ, ਵਿਕਾਰਾਂ ਰੂਪੀ ਚੋਗਾ। ਤੇ ਸਤਿਗੁਰ ਕਹਿੰਦੇ ਨੇ ਤ੍ਰਿਸ਼ਨਾ ਪੰਖੀ ਫਾਸਿਆ, ਨਿਕਸ ਨਾ ਪਾਏ ਮਾਏ। ਤੇ ਤ੍ਰਿਸ਼ਨਾ ਦੇ ਅਨੀਰ ਇਹ ਮਨੁੱਖ ਫਸਿਆ ਹੋਇਆ ਹੈ, ਉਹਦੇ ਵਿੱਚੋਂ ਨਿਕਲ ਨਹੀਂ ਰਿਹਾ।
ਜਿਨ ਕੀਤਾ ਤਿਸੇ ਨਾ ਜਾਣੇ, ਫਿਰ ਆਵੇ ਜਾਏ। ਜਿਸ ਮਾਲਕ ਨੇ ਉਹ ਧਨ ਪਦਾਰਥ ਦਿੱਤਾ ਸੀ, ਜਿਸ ਮਾਲਕ ਪਰਮੇਸ਼ਰ ਨੇ ਉੱਚੀ ਪਦਵੀ ਦਿੱਤੀ ਸੀ, ਜਿਸ ਪਰਮੇਸ਼ਰ ਨੇ ਇਹਨੂੰ ਧੀਆਂ ਪੁੱਤਰ ਦਿੱਤੇ ਸਨ, ਮਹਿਲ ਮਾੜੀਆਂ ਦਿੱਤੀਆਂ ਸਨ, ਉਹਨੂੰ ਤੇ ਇਹਨੇ ਚੇਤੇ ਨਾ ਕੀਤਾ, ਉਹਨੂੰ ਵਸਾਰ ਦਿੱਤਾ। ਜਿਨ ਕੀਤਾ ਤਿਸੇ ਨਾ ਜਾਣੇ, ਤੇ ਸਤਿਗੁਰ ਕਹਿਣ ਲੱਗੇ ਫਿਰ ਆਵੇ ਜਾਏ। ਫਿਰ ਉਹਦਾ ਜੰਮਣਾ ਤੇ ਮਰਨਾ ਜਿਹੜਾ ਹੈ ਨਾ, ਉਹ ਬਣਿਆ ਰਹਿੰਦਾ ਹੈ। ਮਨੁੱਖ ਦੀ ਹਾਲਾਤ ਕੀ ਹੈ? ਮਾਇਆ ਦੇ ਵਿੱਚ ਫਸ ਕਰਕੇ ਉਹਦਾ ਜ਼ਿਕਰ ਵੀ ਸਤਿਗੁਰ ਕਹਿੰਦੇ ਨੇ, ਲੂਣ ਹਰਾਮੀ ਗੁਨਾਹਗਾਰ ਬੇਗਾਨਾ ਅਲਪ ਮਤ, ਜੀਓ ਪਿੰਡ ਜਿਨ ਸੁਖ ਦੀਏ ਤਾਹੀ ਨਾ ਜਾਣਤਾ। ਜਿਹਨੇ ਉਸ ਮਾਲਕ ਨੇ ਇਹ ਜਿੰਦ ਦਿੱਤੀ, ਸਤਿਗੁਰ ਮਹਾਰਾਜ ਕਹਿਣ ਕਿ ਉਹਨੂੰ ਤੇ ਜਾਣਦਾ ਨਹੀਂ। ਲਾਹਾ ਮਾਇਆ ਕਾਰਨੇ ਦੈਦਸ ਢੂੰਡਣ ਜਾਏ। ਮਾਇਆ ਦੇ ਕਾਰਨ ਦਸੀਂ ਦਿਸ਼ਾਵਾਂ ਦੇ ਵਿੱਚ ਢੂੰਡਣ ਵਾਸਤੇ ਤੁਰਿਆ ਹੋਇਆ। ਦੇਵਨਹਾਰ ਦਤਾਰ ਪ੍ਰਭ ਨਿਮਖ ਨਾ ਮਨੀ ਵਸਾਏ। ਜਿਸ ਮਾਲਕ ਨੇ ਦਿੱਤਾ ਸੀ ਸਾਰਾ ਕੁਝ, ਉਹਨੂੰ ਨਿਮਖ ਨਾ ਮਨੀ ਵਸਾਏ, ਮਨ ਦੇ ਵਿੱਚ ਵਸਾਉਂਦਾ ਹੀ ਨਹੀਂ ਹੈ। ਲਾਲਚ ਝੂਠ ਵਿਕਾਰ ਮੋਹ ਇਹ ਸੰਪੀ ਮਨ ਮਾਹੇ, ਲੰਪਟ ਚੋਰ ਨਿੰਦਕ ਮਹਾ ਤੈਨੂੰ ਸੰਗ ਬਹਾਏ। ਤੇ ਸਤਿਗੁਰ ਮਹਾਰਾਜ ਕਹਿੰਦੇ ਨੇ, ਇਸ ਤਰ੍ਹਾਂ ਇਹਦੀ ਜ਼ਿੰਦਗੀ ਚਲਦਿਆਂ ਚਲਦਿਆਂ ਤੁਧ ਭਾਵੇ ਤਾਂ ਬਖਸ਼ ਲੈ, ਖੋਟੇ ਸੰਗ ਖਰੇ ਨਾਨਕ ਭਾਵੇ ਪਾਰ ਬ੍ਰਹਮ ਪਾਹਣ ਨੀਰ ਤਰੇ। ਸਤਿਗੁਰ ਮਹਾਰਾਜ ਕਹਿਣ ਲੱਗੇ ਉਹ ਮਾਲਕ ਹੀ ਜਿਹੜਾ ਹੈ ਨਾ, ਉਹ ਇਹਦੇ ਵਿੱਚੋਂ ਬਚਾ ਸਕਦਾ ਹੈ। ਤੇ ਮਨੁੱਖ ਦੇ ਉਹ ਜੁਗਤੀ ਗੁਰੂ ਨੇ ਦੱਸ ਦੇਣੀ ਹੈ। ਉਹ ਜੁਗਤੀ ਕੀ ਹੈ? ਉਸ ਜੁਗਤੀ ਨੂੰ ਵੀ ਗੁਰੂ ਅਮਰਦਾਸ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਨੇ। ਕਹਿੰਦੇ ਨੇ ਵੀ ਜਿਵੇਂ ਸੱਪ ਦੇ ਵਿੱਚ ਜ਼ਹਿਰ ਹੈ, ਹੁਣ ਸੱਪ ਦੇ ਵਿੱਚ ਜ਼ਹਿਰ ਹੈ, ਪਰ ਉਸ ਸੱਪ ਨੂੰ ਜਿਹੜਾ ਹੈ ਨਾ, ਸਪੇਰਾ ਕਾਬੂ ਕਰ ਲੈਂਦਾ ਹੈ। ਤੇ ਕਾਬੂ ਕਰਕੇ ਕਰਦਾ ਕੀ ਹੈ? ਉਹਦਾ ਸੱਪ ਦਾ ਜ਼ਹਿਰ ਉਹ ਕੱਢ ਦਿੰਦਾ ਹੈ। ਕਿਤੇ ਸੱਪ ਮਨੁੱਖ ਨੂੰ ਲੜ ਜਾਏ ਤੇ ਉਹਦੀ ਮੌਤ ਹੋ ਜਾਂਦੀ ਹੈ, ਪਰੰਤੂ ਉਹੀ ਸਪੇਰਾ ਉਸ ਸੱਪ ਦੀ ਜ਼ਹਿਰ ਕੱਢ ਕੇ ਤੇ ਉਹ ਆਪਣੇ ਖਾਣ ਪਾਣ ਦਾ ਭਾਵ ਆਪਣੇ ਰੁਜ਼ਗਾਰ ਦਾ ਸਾਧਨ ਉਸ ਸੱਪ ਨੂੰ ਬਣਾ ਲੈਂਦਾ ਹੈ। ਅਸੀਂ ਆਮ ਸਪੇਰੇ ਵੇਖਦੇ ਆ, ਉਹ ਸੱਪ ਨੂੰ ਵਿਖਾ ਕੇ ਲੋਕਾਂ ਦੇ ਕੋਲੋਂ ਪੈਸੇ ਲੈ ਲੈਂਦੇ ਨੇ, ਇਕੱਠੇ ਕਰ ਲੈਂਦੇ ਨੇ। ਹੁਣ ਇੱਕ ਪਾਸੇ ਜੇ ਉਸ ਸੱਪ ਦੇ ਵਿੱਚ ਜ਼ਹਿਰ ਆ ਤੇ ਮਨੁੱਖ ਦੇ ਲੜ ਜਾਵੇ ਤੇ ਮੌਤ ਹੈ, ਪਰੰਤੂ ਜੇਕਰ ਉਸੇ ਸੱਪ ਦੀ ਜ਼ਹਿਰ ਕੱਢ ਕੇ ਉਹਨੂੰ ਆਪਣੇ ਵਾਸਤੇ ਰੁਜ਼ਗਾਰ ਵਾਸਤੇ ਵਰਤ ਲੈ ਤੇ ਉਸ ਸਪੇਰੇ ਦੇ ਵਾਸਤੇ ਤੇ ਫਾਇਦੇਮੰਦ ਵਾਲੀ ਗੱਲ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਇਸੇ ਤਰ੍ਹਾਂ ਮਾਇਆ ਨੂੰ ਆਪਣੀ ਜ਼ਿੰਦਗੀ ਤੋਂ ਦੂਰ ਨਹੀਂ ਕਰਨਾ, ਕਿਉਂਕਿ ਇਹਨੇ ਸੰਸਾਰਕ ਲੋੜਾਂ ਪੂਰੀਆਂ ਕਰਨੀਆਂ ਨੇ। ਇਸ ਤੋਂ ਬਗੈਰ ਤੇ ਕੋਈ ਨੇੜੇ ਨਹੀਂ ਆਉਣ ਦਿੰਦਾ। ਦੁਨਿਆਵੀ ਤੌਰ ਤੇ ਰਿਸ਼ਤੇ ਨਾਤੇ ਮੁੱਖ ਮੋੜ ਲੈਂਦੇ ਨੇ। ਫਿਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ। ਜਿਹੜਾ ਇਹਦੇ ਗੁਲਾਮ ਹੋ ਜਾਂਦੇ ਨੇ, ਮਾਇਆ ਫਿਰ ਉਹਨਾਂ ਨੂੰ ਖਾਂਦੀ ਹੈ। ਪਰ ਸਤਿਗੁਰ ਕਹਿਣ ਲੱਗੇ, ਗੁਰਮੁਖ ਕੋਈ ਗਾਰੜੂ ਤਿੰਨ ਮਲ ਦਾ ਲਾਈ ਪਾਏ, ਨਾਨਕ ਸਹੀ ਉਬਰੇ ਜੇ ਸੱਚ ਰਹੇ ਲਿਵਲਾਏ। ਵੀ ਗੁਰੂ ਦੇ ਸਨਮੁਖ ਹੋ, ਗੁਰਮੁਖ ਭਾਵ ਗੁਰੂ ਦੀ ਸ਼ਰਨ ਪਾਇਆ ਕੋਈ ਗਰੜੂ ਮੰਤਰ ਜਿਹਦੇ ਕੋਲ ਹੋਵੇ, ਉਹਨੂੰ ਸੱਪ ਦੱਸਦਾ ਨਹੀਂ। ਕਹਿਣ ਲੱਗੇ ਉਸ ਨਾਗਣੀ ਮਾਇਆ ਨੂੰ ਆਪਣੇ ਵੱਸ ਵਿੱਚ ਕਰ ਲਵੇ ਤੇ ਫਿਰ ਇਹੀ ਮਾਇਆ ਜਿਹੜੀ ਹੈ ਨਾ, ਉਹ ਮਨੁੱਖ ਦੀ ਦਾਸੀ ਬਣ ਜਾਂਦੀ ਹੈ ਤੇ ਇਹਦੇ ਬਹੁਤ ਸਾਰੇ ਕਾਰਜ ਜਿਹੜੇ ਹਨ ਉਹ ਸਵਾਰਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਕੋਲ ਇੱਕ ਸਿੱਖ ਆਇਆ, ਬੜਾ ਗੜੀਪੜਾ ਜਿਹਾ ਸਿੱਖ, ਬੜੀ ਆਰਥਿਕ ਹਾਲਤ ਉਹਦੀ ਮੰਦੀ। ਤੇ ਧੰਨ ਗੁਰੂ ਕਲਗੀਧਰ ਮਹਾਰਾਜ ਉਸ ਸਿੱਖ ਨੂੰ ਕਹਿਣ ਲੱਗੇ, ਵੀ ਸਿੱਖਾ, ਤੈਨੂੰ ਅਸੀਂ ਆਪਣੇ ਖਜ਼ਾਨੇ ਦੇ ਵਿੱਚੋਂ ਧਨ ਦੌਲਤ ਮਾਇਆ ਦੇ ਦਈਏ ਤਾਂ ਜੋ ਤੇਰੀ ਜ਼ਿੰਦਗੀ ਚੰਗੀ ਗੁਜ਼ਰਨ ਲੱਗ ਪਵੇ। ਉਹ ਸਿੱਖ ਹੱਥ ਜੋੜ ਕੇ ਕਹਿਣ ਲੱਗਾ, ਸਤਿਗੁਰੂ ਦਾਤੇ ਜੀ, ਤੁਸੀਂ ਮੈਨੂੰ ਪੈਸੇ ਦੇ ਦੋਗੇ, ਮਾਇਆ ਦੇ ਦੋਗੇ, ਪਰ ਇਸ ਮਾਇਆ ਨੇ ਮੇਰੀ ਜ਼ਿੰਦਗੀ ਦੇ ਵਿੱਚੋਂ ਜਿਹੜੀ ਇੱਕ ਰੱਬ ਦੇ ਨਾਲ ਪ੍ਰੀਤ ਬਣੀ ਹੋਈ ਹੈ ਉਹ ਖਤਮ ਹੋ ਜਾਣੀ ਹੈ, ਟੁੱਟ ਜਾਣਾ ਮੈਂ ਰੱਬ ਦੇ ਨਾਲੋਂ, ਤੁਹਾਡੇ ਚਰਨਾਂ ਦੀ ਪ੍ਰੀਤ ਟੁੱਟ ਜਾਣੀ ਹੈ। ਇਸ ਕਰਕੇ ਮੈਂ ਇਵੇਂ ਦੀ ਜ਼ਿੰਦਗੀ ਜਿਵੇਂ ਦੀ ਗੁਜ਼ਾਰਦਾ ਹਾਂ, ਉਵੇਂ ਦੀ ਮੈਨੂੰ ਗੁਜ਼ਾਰ ਲੈਣ ਦਿਓ। ਸਤਿਗੁਰੂ ਮਹਾਰਾਜ ਮੁਸਕਰਾ ਕੇ ਉਸ ਸਿੱਖ ਨੂੰ ਕਹਿਣ ਲੱਗੇ, ਸਿੱਖਾ,
ਕੋਈ ਗੱਲ ਨਹੀਂ, ਤੈਨੂੰ ਇੱਕ ਇਹੋ ਜਿਹੀ ਬੂਟੀ ਦੇ ਦੇਵਾਂਗੇ, 2 ਬੂਟੀਆਂ ਹੋਣਗੀਆਂ, ਬਸ ਉਹਨਾਂ ਬੂਟੀਆਂ ਨੂੰ ਕੋਲ ਰੱਖੀ। ਫਿਰ ਇਹ ਮਾਇਆ ਜਿਹੜੀ ਆ ਨਾ, ਉਹ ਤੈਨੂੰ ਰੱਬ ਦੇ ਨਾਲੋਂ ਤੋੜੇਗੀ ਨਹੀਂ, ਗੁਰੂ ਦੀ ਪ੍ਰੀਤ ਦੇ ਨਾਲੋਂ ਤੋੜੇਗੀ ਨਹੀਂ। ਤੇ ਸਤਿਗੁਰ ਕਹਿਣ ਲੱਗੇ, ਆ ਚੱਕ ਮਾਇਆ, ਪਰ ਇਸ ਗੱਲ ਨੂੰ ਨਾਲ ਚੇਤੇ ਰੱਖੀ, ਇੱਕ ਤੇ ਚੇਤੇ ਰੱਖੀ ਵੀ ਕਦੀ ਮੌਤ ਨੂੰ ਨਾ ਭੁਲਾਈ, ਤੇ ਦੂਸਰੀ ਗੱਲ ਇਹ ਚੇਤੇ ਰੱਖੀ, ਹਰ ਪ੍ਰਾਣੀ ਦਾ ਦਿਲ ਆਪਣੇ ਵਰਗਾ ਹੀ ਜਾਣੇ। ਭਾਵ ਕਿਸੇ ਦਾ ਮੰਦਾ ਨਾ ਸੋਚੀ, ਨਾ ਕਿਸੇ ਦਾ ਮੰਦਾ ਚਿਤਕੀ ਤੇ ਨਾ ਕਰੀ। ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ, ਇਹ 2 ਗੱਲਾਂ, ਇੱਕ ਮੌਤ ਨੂੰ ਚੇਤੇ ਰੱਖੀ, ਇੱਕ ਹਰ ਪ੍ਰਾਣੀ ਦਾ ਦਿਲ ਆਪਣੇ ਦਿਲ ਵਰਗਾ ਜਾਣੀ। ਫਿਰ ਇਹ ਮਾਇਆ ਕੁਝ ਨਹੀਂ ਜੇ ਕਹੇਗੀ, ਕਿਉਂਕਿ ਇਹ ਮਾਇਆ ਮਨੁੱਖ ਦੇ ਕਾਰਜ ਵੀ ਜਿਹੜੀ ਆ ਨਾ ਉਹ ਸਵਾਰਦੀ ਹੈ। ਤੇ ਇਹ ਮਾਇਆ ਵੀ ਜਿਹੜੀ ਹੈ, ਸਤਿਗੁਰ ਕਹਿਣ ਲੱਗੇ, ਇਹ ਭਰਾ ਭਰਾ ਦੇ ਵਿੱਚ, ਮਾਂ ਬਾਪ ਦੇ ਵਿੱਚ ਇਹ ਭਿੰਨਤਾ ਵੀ ਪਾ ਦਿੰਦੀ ਹੈ। ਧਨਾਸਰੀ ਰਾਗ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਮਾਏ ਬਾਪ ਪੂਤ ਹਿਤ ਭਰਾਤਾ, ਉਨ ਘਰ ਘਰ ਮਿਲਿਓ ਦੁਆ, ਕਿਸ ਹੀ ਬਾਦ ਘਾਟ ਕਿਸ ਹੀ ਪੈ, ਸਗਲੇ ਲਰ ਲਰ ਬੁਆ। ਮਨੁੱਖਾਂ ਦੇ ਵਿੱਚ, ਭਰਾ ਭਰਾ ਦੇ ਵਿੱਚ ਝਗੜੇ ਹੋ ਜਾਂਦੇ ਨੇ, ਬੱਟ ਬੰਨੇ ਦੇ ਝਗੜੇ ਹੋ ਜਾਂਦੇ ਨੇ। ਇਸੇ ਕਰਕੇ ਹੋ ਜਾਂਦੇ ਨੇ ਵੀ ਮੇਰੇ ਕੋਲੋਂ ਆਹ ਬੱਟ ਇੱਧਰ ਤੂੰ ਪਾ ਦਿੱਤੀ ਤੇ ਘਟ ਗਈ ਮੇਰੀ ਫਸਲ, ਜੇ ਇੱਧਰ ਪੈ ਗਈ ਤੇ ਤਾਂ ਘਟ ਗਈ ਤਾਂ ਫਸਲ। ਸਤਿਗੁਰ ਕਹਿਣ ਲੱਗੇ, ਕਿਸੇ ਦੇ ਕੋਲੋਂ ਇਹ ਵੱਧ ਜਾਂਦੀ ਹੈ, ਕਿਸੇ ਦੇ ਕੋਲੋਂ ਘਟ ਜਾਂਦੀ ਹੈ। ਜਦੋਂ ਇਹ ਦੁਨਿਆਵੀ ਮਾਇਆ ਜਿਹੜੀ ਵੱਧ ਘਟ ਜਾਂਦੀ ਹੈ, ਇਹ ਇੱਕ ਦੂਜੇ ਦੇ ਵਿੱਚ ਫਰਕ ਪਾ ਦਿੰਦੀ ਹੈ। ਤੇ ਭਾਈ ਗੁਰਦਾਸ ਜੀ ਫਿਰ ਸਾਨੂੰ ਸਮਝਾਉਣਾ ਕਰਦੇ ਨੇ, ਮਾਇਆ ਨੂੰ ਆਪਣੇ ਅਧੀਨ ਕਿਵੇਂ ਕਰਨਾ ਹੈ। ਮਾਇਆ ਨੂੰ ਆਪਣੇ ਕੋਲ ਰੱਖ, ਪਰ ਇਹਨੂੰ ਆਪਣੇ ਅਧੀਨ ਚਲਾ। ਕੁਝ ਕੁ ਉਦਾਹਰਨਾਂ ਦਿੰਦੇ ਨੇ ਭਾਈ ਗੁਰਦਾਸ ਜੀ, ਕਹਿੰਦੇ ਨੇ, ਸੋਈ ਲੋਹਾ ਬਿਸ ਬਿਖੈ, ਬਿਬਦ ਬੰਧਨ ਰੂਪ, ਸੋਈ ਤੋਂ ਕੰਚਨ ਜੋਤ ਪਾਰਸ ਪ੍ਰਸੰਗ ਹੈ। ਇੱਕ ਲੋਹਾ ਉਹ ਹੈ ਜਿਹੜਾ ਜੰਜੀਰਾਂ ਦੇ ਰੂਪ ਦੇ ਵਿੱਚ ਹੈ, ਸੰਗਲਾਂ ਦੇ ਰੂਪ ਦੇ ਵਿੱਚ ਹੈ। ਉਹ ਜੰਜੀਰਾਂ ਦੇ ਰੂਪ ਦੇ ਵਿੱਚ, ਸੰਗਲਾਂ ਦੇ ਰੂਪ ਦੇ ਵਿੱਚ, ਉਹ ਕਿਸੇ ਨੂੰ ਵੀ ਬੰਨ੍ਹ ਕੇ ਰੱਖਦਾ ਹੈ। ਪਸ਼ੂ ਬੰਨਣ, ਇੱਥੋਂ ਤੱਕ ਕੈਦੀਆਂ ਨੂੰ ਬੰਨਣ ਦੇ ਵਾਸਤੇ ਵੀ ਪੁਰਾਣੇ ਸਮੇਂ ਦੇ ਵਿੱਚ ਅੱਜ ਵੀ ਉਹ ਜੰਜੀਰਾਂ ਬਣ ਜਾਂਦਾ ਹੈ ਲੋਹਾ। ਤੇ ਨਾਲ ਹੀ ਭਾਈ ਗੁਰਦਾਸ ਜੀ ਕਹਿੰਦੇ ਨੇ, ਸੋਈ ਤੋਂ ਕੰਚਨ ਜੋਤ ਪਾਰਸ ਪ੍ਰਸੰਗ ਹੈ। ਉਹੀ ਲੋਹਾ ਜਿਹੜਾ ਹੈ ਉਹ ਪਾਰਸ ਦੇ ਨਾਲ ਛੋ ਜਾਵੇ। ਕੰਚਨ ਦਾ ਮਤਲਬ ਸੋਨਾ, ਉਹ ਸੋਨਾ ਬਣ ਜਾਂਦਾ। ਉਹ ਬਣਿਆ ਹੋਇਆ ਸੋਨਾ ਜਿਹੜਾ ਹੈ, ਭਾਈ ਗੁਰਦਾਸ ਜੀ ਕਹਿੰਦੇ ਨੇ, ਸੋਈ ਤੋਂ ਸ਼ਿੰਗਾਰ ਅਤ ਸ਼ੋਭਤ ਪਤੀ ਬ੍ਰਤਾ ਕੋ, ਪਤੀ ਬ੍ਰਤਾ ਔਰਤ, ਸੁਹਾਗਣ ਔਰਤ, ਉਹਦੀ ਸ਼ੋਭਾ ਬਣ ਜਾਂਦਾ ਹੈ ਉਹੀ ਸੋਨਾ ਪਹਿਨਿਆ ਹੋਇਆ ਉਸ ਇਸਤਰੀ ਦਾ। ਤੇ ਨਾਲ ਕਹਿੰਦੇ ਨੇ, ਸੋਈ ਅਭਰਨ ਗਨਕਾ ਰਚਿਤ ਅੰਗ ਹੈ। ਪਰ ਉਹੀ ਸੋਨਾ ਜਿਹੜਾ ਹੈ, ਕਿਸੇ ਬੇਸ਼ਵਾ ਦਾ ਸ਼ਿੰਗਾਰ ਬਣਿਆ ਹੋਵੇ ਤੇ ਉਹ ਬੇਸ਼ਵਾ ਦਾ ਸ਼ਿੰਗਾਰ ਕਿਸੇ ਦਾ ਘਰ ਵੀ ਉਜਾੜ ਸਕਦਾ। ਸੋਈ ਅਭਰਨ ਗਨਕਾ ਰਚਿਤ ਅੰਗ ਹੈ। ਅਗਲੀ ਉਦਾਹਰਨ ਦਿੰਦੇ ਨੇ, ਕਹਿੰਦੇ ਨੇ, ਸੋਈ ਸਵਾਂਤ ਬੂੰਦ ਮਿਲ ਸਾਗਰ ਮੁਕਤਾ ਫਲ, ਸੋਈ ਬਿਖ ਭੇਟਤ ਭੁਯੰਗ ਹੈ। ਸਵਾਂਤੀ ਬੂੰਦ ਸਾਗਰ ਦੇ ਵਿੱਚ, ਸਿੱਪੀ ਦੇ ਵਿੱਚ ਪੈ ਜੇ ਮੋਤੀ ਬਣ ਜਾਂਦਾ। ਉਹੀ ਸਵਾਂਤੀ ਬੂੰਦ ਸੱਪ ਦੀ ਮੁੱਖ ਵਿੱਚ ਚਲੇ ਜਾਵੇ ਤੇ ਉਹ ਜ਼ਹਿਰ ਬਣ ਜਾਂਦੀ ਹੈ ਸਵਾਂਤੀ ਬੂੰਦ ਇੱਕੋ ਹੀ, ਪਰ ਜਿੱਥੇ ਕਿੱਥੇ ਪੈਂਦੀ ਹੈ ਉਹਦਾ ਰੂਪ ਬਦਲ ਜਾਂਦਾ ਹੈ। ਤੇ ਭਾਈ ਗੁਰਦਾਸ ਜੀ ਫਿਰ ਕਹਿੰਦੇ ਨੇ, ਤੈਸੇ ਮਾਇਆ ਕਿਰਤ ਬਿਰਤ ਹੈ ਵਿਕਾਰ ਜਗ, ਪਰ ਉਪਕਾਰ ਗੁਰ ਸਿੱਖਣ ਸਰਬੰਗ ਹੈ। ਕਹਿਣ ਲੱਗੇ, ਜਿਵੇਂ ਲੋਹਾ ਕਿਸੇ ਦੀਆਂ ਜੰਜੀਰਾਂ ਬਣ ਜਾਂਦਾ ਹੈ, ਉਹੀ ਸੋਨਾ ਪਾਰਸ ਦੇ ਨਾਲ, ਲੋਹਾ ਉਹੀ ਪਾਰਸ ਦੇ ਨਾਲ ਜੁੜਿਆ ਹੋਇਆ ਸੋਨਾ ਬਣ ਜਾਂਦਾ ਹੈ। ਸੁਹਾਗਣ ਦੇ ਗਲ ਦੇ ਵਿੱਚ ਪਾਇਆ ਹੋਇਆ ਉਹ ਆਪਣੇ ਪਤੀ ਦੇ ਨਾਲ ਨੇੜਤਾ ਬਣਾ ਦਿੰਦਾ ਹੈ। ਉਹੀ ਵੇਸ਼ਵਾ ਦੇ ਗਲੇ ਵਿੱਚ ਪਿਆ ਹੋਇਆ ਕਿਸੇ ਦਾ ਘਰ ਉਜਾੜ ਦਿੰਦਾ ਹੈ। ਸਵਾਂਤੀ ਬੂੰਦ ਸਾਗਰ ਦੇ ਵਿੱਚ ਪਈ ਹੋਈ ਉਹ ਮੁਕਤੀ ਫਲ ਬਣ ਜਾਂਦਾ ਹੈ। ਉਹੀ ਸਵਾਂਤੀ ਬੂੰਦ ਜਿਹੜੀ ਹੈ ਉਹ ਸੱਪ ਦੇ ਮੁਖ ਵਿੱਚ ਚਲੇ ਜਾਏ ਤੇ ਜ਼ਹਿਰ ਬਣ ਜਾਂਦੀ ਹੈ। ਕਹਿਣ ਲੱਗੇ, ਉਸੇ ਤਰ੍ਹਾਂ ਮਾਇਆ ਜਿਹੜੀ ਹੈ ਨਾ, ਜੇ ਮਨੁੱਖ ਕਿਰਤ ਬਿਰਤ ਕਰਕੇ ਪਰ ਉਪਕਾਰ ਦੇ ਵਾਸਤੇ ਵਰਤ ਲਵੇ, ਕਹਿੰਦੇ ਨੇ, ਘਾਲ ਖਾਏ ਕਿਛ ਹੱਥੋਂ ਦੇ,
ਨਾਨਕ ਰਾਹ ਪਛਾਣੇ ਸੇ। ਤੇ ਉਹ ਫਿਰ ਪਰਉਪਕਾਰ ਬਣ ਜਾਂਦੀ ਹੈ। ਪਰ ਉਹੀ ਮਾਇਆ ਜੇਕਰ ਵਿਕਾਰਾਂ ਦੇ ਨਾਲ, ਭਾਵ ਰਿਸ਼ਵਤ ਲੈ ਕੇ, ਠੱਗੀ ਠੋਰੀ ਕਰਕੇ ਉਹਨੂੰ ਇਕੱਠਾ ਕੀਤਾ ਜਾਵੇ, ਤੇ ਉਹੀ ਮਾਇਆ ਜਿਹੜੀ ਹੈ ਜੀਵਨ ਬਰਬਾਦ ਵੀ ਕਰ ਦਿੰਦੀ ਹੈ। ਮਾਇਆ ਦਾ ਵੱਖਰਾ ਵੱਖਰਾ ਰੂਪ ਹੈ। ਪਰਉਪਕਾਰ ਲਈ ਵਰਤੀ ਕਿਸੇ ਨੂੰ ਭਲਾ ਕਰਨ ਵਾਸਤੇ ਤੇ ਉਹ ਚੰਗੀ ਹੈ, ਆਪਣੇ ਨਿਰਵਾਹ ਲਈ ਵਰਤੀ ਚੰਗੀ ਹੈ। ਪਰ ਉਸੇ ਮਾਇਆ ਨੂੰ ਕਿਸੇ ਭੈੜੇ ਕੰਮ ਦੇ ਵਿੱਚ ਲਾ ਦਿੱਤੇ ਜਾਵੇ ਤੇ ਯਾਦ ਰੱਖਿਓ ਉਹੀ ਮਾਇਆ ਉਹ ਬਰਬਾਦ ਕਰ ਦਿੰਦੀ ਹੈ। ਗੁਰੂ ਕਾਲ ਦੇ ਵਕਤ ਵੀ ਆਪਾਂ ਵੇਖਦੇ ਹਾਂ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਉਸੇ ਹੀ ਮਾਇਆ ਨੂੰ, ਦੁਨੀ ਚੰਦ ਨੂੰ ਕਹਿ ਕੇ, ਜਿਹੜੀ ਮਾਇਆ ਦੁਨੀ ਚੰਦ ਦਾ ਜੀਵਨ ਬਰਬਾਦ ਕਰ ਰਹੀ ਸੀ, ਹਉਮੈ ਹੰਕਾਰ ਦੇ ਵਿੱਚ ਆਇਆ, ਆਪਣੇ ਘਰ ਦੇ ਸਨਮੁਖ 7 ਝੰਡੇ ਗੱਡ ਕੇ ਹੰਕਾਰੀ ਹੋਇਆ ਪਿਆ ਸੀ। ਉਸੇ ਹੀ ਮਾਇਆ ਦੇ ਨਾਲ ਜਦੋਂ ਕਰਤਾਰਪੁਰ ਵਿਸਾਖੀ, ਉੱਥੇ ਗਰੀਬਾਂ ਨੂੰ ਘਰ ਵਸਾ ਦਿੱਤੇ, ਉਹਨਾਂ ਦਾ ਜੀਵਨ ਸੁਖਿਆਣ ਹੋ ਗਿਆ। ਉਹੀ ਮਾਇਆ ਆ ਜਿਸ ਮਾਇਆ ਨੇ ਪ੍ਰਿਥੀ ਚੰਦ ਦੀ ਮੱਤ ਮਾਰ ਦਿੱਤੀ ਹੈ ਤੇ ਆਪਣੇ ਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਉਹ ਝਗੜਾ ਪਿਆ ਕਰਦਾ ਹੈ। ਪਰ ਉਹੀ ਮਾਇਆ ਹੈ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਤਰਨਤਾਰਨ ਨਗਰ ਵਸਾਉਂਦੇ ਨੇ, ਹੋਰ ਅਨੇਕਾਂ ਨਗਰ ਜਿਹੜੇ ਨੇ ਉਹ ਵਸਾਉਂਦੇ ਨੇ। ਲਾਹੌਰ ਦੇ ਵਿੱਚ ਜਾ ਕੇ ਉਹਨਾਂ ਲੋਕਾਂ ਦੀ ਬਾਹ ਪਕੜਦੇ ਨੇ, ਜਿਹੜੇ ਲੋਕ ਉਸ ਵਕਤ ਕਾਲ ਦੇ ਸਤਾਏ ਹੋਏ ਨੇ। ਉਹਨਾਂ ਦੇ ਵਾਸਤੇ ਦਵਾਖਾਨੇ ਚਾਲੂ ਕਰਦੇ ਨੇ, ਉਹਨਾਂ ਵਾਸਤੇ ਸਤਿਗੁਰੂ ਮਹਾਰਾਜ ਖੂਹ ਲਗਵਾਉਂਦੇ ਨੇ, ਪਾਣੀ ਦਾ ਪ੍ਰਬੰਧ ਕਰਦੇ ਨੇ, ਦਵਾ ਦਾਰੂ ਕਰਦੇ ਨੇ, ਉਹਨਾਂ ਨੂੰ ਅਨਾਜ ਮੁਹੱਈਆ ਕਰਦੇ ਨੇ। ਉਸੇ ਮਾਇਆ ਦੇ ਨਾਲ ਨਗਰਾਂ ਦੀ ਉਸਾਰੀ ਹੋ ਰਹੀ ਹੈ। ਇਤਿਹਾਸ ਦੇ ਵਿੱਚ ਇਹ ਵੀ ਜ਼ਿਕਰ ਮਿਲਦਾ ਹੈ ਵੀ ਇੱਕ ਮਾਇਆ ਦੇ ਕਾਰਨ ਜਿਹੜਾ ਉਸ ਵਕਤ ਗੰਗੂ ਸਾਹਿਬਜ਼ਾਦਿਆਂ ਨੂੰ ਪਕੜਾ ਦਿੰਦਾ ਹੈ ਤੇ ਅੱਜ ਤੱਕ ਉਹਦੀ ਬਦਨਾਮੀ ਹੁੰਦੀ ਹੈ, ਲੋਕ ਤਰਕਾਰ ਪਾਉਂਦੇ ਨੇ। ਦੂਸਰੇ ਪਾਸੇ ਉਹੀ ਮਾਇਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰਾਂ ਦੇ ਮਗਰ ਸੋਨੇ ਦੇ ਰੂਪ ਦੇ ਵਿੱਚ ਵੀ ਆ, ਵੀ ਇਹ ਤੀਰ ਕਿਸੇ ਦੇ ਲੱਗੇ ਤੇ ਇਸ ਤੀਰ ਦੇ ਨਾਲ ਜੇ ਕੋਈ ਮਰ ਜਾਵੇ ਤੇ ਆਖਰੀ ਉਹਦੀਆਂ ਰਸਮਾਂ ਇਹਨੂੰ ਵੇਚ ਕੇ ਉਸ ਸੋਨੇ ਨੂੰ ਪੂਰੀਆਂ ਕੀਤੀਆਂ ਜਾ ਸਕਣ, ਤੇ ਜੇਕਰ ਕੋਈ ਫੱਟੜ ਹੋ ਜਾਵੇ ਤੇ ਇਸ ਸੋਨੇ ਨੂੰ ਵੇਚ ਕਰਕੇ ਉਹ ਆਪਣਾ ਇਲਾਜ ਕਰ ਸਕੇ। ਇੱਕ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਹਾਦਰ ਸ਼ਾਹ ਦਾ ਭੇਟ ਕੀਤਾ ਹੋਇਆ ਕੀਮਤੀ ਨਗੀਨਾ ਜਿਹੜਾ ਹੈ, ਉਹ ਗੋਦਾਵਰੀ ਦੇ ਕੰਢੇ ਦੇ ਉੱਤੇ ਉਸ ਵਕਤ ਦੀਵਾਨ ਸਜਿਆ ਹੋਇਆ ਬਹਾਦਰ ਸ਼ਾਹ ਨਗੀਨਾ ਭੇਟ ਕਰਦਾ, ਕੀਮਤੀ ਸ਼ਹਿ ਭੇਟ ਕਰਦਾ, ਤੇ ਸਤਿਗੁਰ ਮੁੜ ਚੁੱਕ ਕੇ ਉਹ ਸਾਗਰ ਦੇ ਵਿੱਚ, ਉਸ ਗੋਦਾਵਰੀ ਦੇ ਪਾਣੀ ਦੇ ਵਿੱਚ ਸੁੱਟ ਦਿੰਦੇ ਨੇ। ਤੇ ਦੂਜੇ ਪਾਸੇ ਸਤਿਗੁਰੂ ਮਹਾਰਾਜ ਹੀਰਿਆਂ ਵਾਲੀ ਜੜਤ ਕਲਗੀ ਜਿਹੜੀ ਹੈ ਉਹ ਸਜਾਉਂਦੇ ਨੇ। ਮਾਇਆ ਦੀ ਵਰਤੋਂ ਉਹ ਵੱਖਰੀ ਵੱਖਰੀ ਹੋ ਸਕਦੀ ਹੈ। ਤੇ ਸਤਿਗੁਰੂ ਮਹਾਰਾਜ ਅੱਜ ਦੇ ਪਾਵਨ ਸ਼ਬਦਾਂ ਦੇ ਰਾਹੀਂ ਭਗਤ ਕਬੀਰ ਜੀ ਸਾਨੂੰ ਇਹ ਗੱਲ ਸਮਝਾਉਣਾ ਕਰਦੇ ਨੇ ਕਿ ਇਹ ਮਾਇਆ ਜਿਹੜੀ ਹੈ ਨਾ, ਇਸ ਮਾਇਆ ਨੇ ਜਿਹੜਾ ਹੈ ਉਹ ਮਾਲਕ ਤੋਂ ਪਰੇ ਕਰ ਦਿੱਤਾ, ਮਾਲਕ ਪਰਮੇਸ਼ਰ ਤੋਂ ਦੂਰ ਕਰ ਦਿੱਤਾ। ਤੇ ਨਾਲ ਕਹਿੰਦੇ ਨੇ ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ, ਜਨ ਕਹਾਂ ਕਰੇ ਵਿਚਾਰੇ। ਕਿੰਚਿਤ ਦਾ ਮਤਲਬ ਸਤਿਗੁਰੂ ਮਹਾਰਾਜ ਕਹਿੰਦੇ ਥੋੜੀ ਜਿੰਨੀ ਵੀ, ਰਤਾ ਭਰ ਵੀ ਜਿਹੜੀ ਹੈ ਪ੍ਰੀਤ ਨਾ ਉਪਜੇ ਜਨ ਕੋ, ਉਹ ਰਤਾ ਭਰ ਵੀ ਪਿਆਰ ਨਹੀਂ ਪੈਦਾ ਹੁੰਦੀ। ਜਨ ਕਹਾਂ ਕਰੇ ਵਿਚਾਰੇ, ਜੀਵ ਕਰਨਾ। ਹੁਣ ਸਤਿਗੁਰੂ ਮਹਾਰਾਜ ਕਹਿੰਦੇ ਨੇ, ਧੰਨ ਗੁਰੂ ਅਮਰਦਾਸ ਮਹਾਰਾਜ, ਹੋਰ ਬਿਰਹਾ ਸਭ ਧਾਤ ਹੈ, ਜਬ ਲਗ ਸਾਹਿਬ ਪ੍ਰੀਤ ਨਾ ਹੋਏ। ਇਹ ਮਾਇਆ, ਇਹ ਮਨ ਮਾਇਆ ਮੋਹਿਆ, ਵੇਖਣ ਸੁਣ ਨਾ ਹੋਏ। ਸ਼ਾਇਦ ਦੇਖੇ ਬਿਨ ਪ੍ਰੀਤ ਨਾ ਉਪਜੇ, ਅੰਧਾ ਕਿਆ ਕਰੇ। ਨਾਨਕ ਜਿਨ ਅੱਖੀਂ ਲੀਤੀਆਂ, ਸੋਈ ਸੱਚਾ ਦੇ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਇਹ ਮਾਇਆ ਨੇ ਜਿਹੜਾ ਹੈ ਮੋਹਿਆ ਹੋਇਆ, ਇਹਨੂੰ ਵੇਖਣ ਸੁਣ ਨਾ ਹੋਏ, ਇਹਨੂੰ ਵੇਖਣ ਸੁਣ ਨਹੀਂ ਦਿੰਦੇ। ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ, ਉਸ ਮਾਲਕ ਨੂੰ ਦੇਖੇ ਤੋਂ ਬਿਨਾਂ ਮਨ ਦੇ ਵਿੱਚ ਪ੍ਰੀਤ ਪੈਦਾ ਨਹੀਂ ਹੁੰਦੀ, ਤੇ ਮਾਇਆ ਦੇ ਵਿੱਚ ਅੰਨਾ ਬੋਲਾ ਹੋਇਆ, ਜਿਹਨੂੰ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਮਾਇਆ ਧਾਰੀ ਅਤ ਅੰਨਾ ਬੋੜਾ, ਸ਼ਬਦ ਨਾ ਸੁਣੇ ਬਹਰੋਲ ਕਚੋੜਾ। ਉਹ ਸ਼ਬਦ ਗੁਰੂ ਦਾ ਸੁਣਦਾ ਨਹੀਂ, ਹੁਣ ਅੰਨਾ ਹੋਇਆ, ਬੋਲਾ ਹੋਇਆ। ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਪ੍ਰੀਤ ਪੈਦਾ ਨਹੀਂ ਹੁੰਦੀ।
ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਸ੍ਰੀ ਰਾਗ ਦੇ ਵਿੱਚ, ਬਿਨ ਗੁਰ ਪ੍ਰੀਤ ਨਾ ਉਪਜੇ, ਬਿਨਾਂ ਗੁਰੂ ਤੋਂ ਪ੍ਰੀਤ ਪੈਦਾ ਨਹੀਂ ਹੋਣੀ। ਹਉਮੈ ਮੈਲ ਨਾ ਜਾਏ, ਅੰਦਰੋਂ ਹਉਮੈ ਦੀ ਮੈਲ ਦੂਰ ਨਹੀਂ ਹੁੰਦੀ। ਸੋਹੰਗ ਆਪ ਪਛਾਣੀਏ, ਆਪਣੇ ਆਪ ਦੀ ਪਹਿਚਾਣ ਨਹੀਂ ਹੋਣੀ। ਸ਼ਬਦ ਭੇਦ ਪਤਿਆਏ, ਗੁਰਮੁਖ ਆਪ ਪਛਾਣੀਏ, ਅਬਰ ਕੈ ਕਰੇ ਕਰਾਏ। ਹੁਣ ਜਿੰਨੀ ਦੇਰ ਤੱਕ ਗੁਰੂ ਦੇ ਸ਼ਰਨ ਵਿੱਚ ਨਹੀਂ ਪੈਂਦਾ, ਆਪੇ ਦੀ ਪਹਿਚਾਣ ਨਹੀਂ ਹੋਣੀ। ਤੇ ਫਿਰ ਕੀ ਕਰ ਸਕਦਾ? ਅਵਰ ਕਿਆ ਕਰੇ ਕਰਾਏ, ਹੋਰ ਕੀ ਕਰ ਸਕਦਾ ਹੈ? ਸਤਿਗੁਰ ਮਹਾਰਾਜ ਕਹਿਣ ਲੱਗੇ, ਗੁਰੂ ਤੋਂ ਬਿਨਾਂ ਪ੍ਰੀਤ ਪੈਦਾ ਨਹੀਂ ਹੋਣੀ। ਬਿਨ ਗੁਰ ਪ੍ਰੀਤ ਨਾ ਉਪਜੇ ਭਾਈ, ਮਨਮੁਖ ਦੂਜੇ ਪਾਏ। ਮਨਮੁਖ ਦੀ ਗੱਲ ਕਰਦੇ ਨੇ ਧੰਨ ਗੁਰੂ ਅਮਰਦਾਸ ਮਹਾਰਾਜ, ਵੀ ਮਨਮੁਖ ਦੂਜੇ ਭਾ, ਮਾਇਆ ਦੇ ਵਿੱਚ ਖਚਤ ਹੈ, ਹੰਕਾਰ ਵਿਸ਼ੇ ਵਿਕਾਰਾਂ ਦੇ ਵਿੱਚ ਖਚਤ ਹੈ, ਤੇ ਗੁਰੂ ਤੋਂ ਬਿਨਾਂ ਪ੍ਰੀਤ ਜਿਹੜੀ ਆ ਉਹ ਪੈਦਾ ਨਹੀਂ ਹੋਣੀ। ਲੋਕਾਂ ਨੂੰ ਤੇ ਵਿਖਾਉਂਦਾ ਹੈ ਧਰਮੀ ਬਣ ਕੇ, ਕਿਉਂਕਿ ਮਨੁੱਖ ਜਿਤਨੇ ਵੀ ਕਰਮ ਕਰਦਾ ਹੈ ਨਾ, ਉਹ ਸੰਸਾਰ ਦੇ ਵਿੱਚ ਉਲਟ ਕਰਦਾ ਹੈ। ਮੈਂ ਪਹਿਲਾਂ ਬੇਨਤੀ ਕੀਤੀ ਸੀ, ਮਨ ਦੀ ਜਿਹੜੀ ਵਿਸ਼ਵਾਸ ਹੈ ਜਾਂ ਮਨ ਦਾ ਪਾਰ ਉਤਾਰਾ ਜਿਹੜਾ ਹੈ ਨਾ, ਉਹ ਗੁਰੂ ਕਿਰਪਾ ਦੇ ਨਾਲ ਹੋਣਾ ਹੈ। ਤੇ ਜਿਹੜਾ ਸੰਸਾਰ ਦੇ ਵਿੱਚ ਰਹਿੰਦਿਆਂ ਸਰੀਰ ਦਾ ਨਿਰਵਾਹ ਜਿਹੜਾ ਹੈ ਨਾ, ਉਹ ਧਨ ਪਦਾਰਥ ਦੇ ਨਾਲ ਹੋਣਾ ਹੈ। ਹੁਣ ਮਨੁੱਖ ਕਰਦਾ ਕੀ ਹੈ? ਇਹ ਮਨੁੱਖ ਕਰਦਾ ਹੈ ਵੀ ਮਨ ਜਿਹੜਾ ਹੈ ਨਾ, ਉਹ ਆਨੰਦ ਵਿੱਚ ਰਹੇ। ਮਨ ਜਿਹੜਾ ਹੈ ਨਾ, ਉਹ ਜੀਵਨ ਦੇ ਵਿੱਚ ਖੁਸ਼ ਰਹੇ। ਰੱਬ ਦੇ ਨਾਲ ਇਹ ਪ੍ਰੀਤ ਨਹੀਂ ਪਾਉਂਦਾ, ਸਗੋਂ ਇਹ ਮਾਇਆ ਦੇ ਨਾਲ ਉਹਨੂੰ ਖਰੀਦਣਾ ਚਾਹੁੰਦਾ ਹੈ। ਮਾਇਆ ਦੇ ਨਾਲ ਅਖੰਡ ਪਾਠ ਸਾਹਿਬ ਕਰਾ ਲਿਆ, ਮਾਇਆ ਦੇ ਨਾਲ ਇਹਨੇ ਅਰਦਾਸ ਕਰਵਾ ਲਈ, ਮਾਇਆ ਦੇ ਨਾਲ ਹੋਰ ਕੁਝ ਕਰ ਲਿਆ। ਇਹ ਚਾਹੁੰਦਾ ਵੀ ਮੇਰਾ ਪਾਰ ਉਤਾਰਾ ਹੋ ਜਾਏ, ਜਦ ਕਿ ਇਹਦਾ ਪਾਰ ਉਤਾਰਾ ਅਧਿਆਤਮਕ ਤੌਰ ਤੇ ਹੋਣਾ ਸੀ। ਰੱਬ ਦੇ ਨਾਲ ਪ੍ਰੀਤ ਆਪਣੇ ਹੱਥੀ ਕੀਤਿਆਂ ਕੁਝ ਨਾ ਕੁਝ, ਰੱਬ ਦੇ ਨਾਲ ਪ੍ਰੀਤ ਪੈਦਾ ਕੀਤੀਆਂ ਹੋਇਆਂ। ਇਸ ਤੋਂ ਉਲਟ ਕੀ ਕਰਦਾ ਹੈ ਮਨੁੱਖ? ਵੀ ਜਿਹੜਾ ਦੁਨਿਆਵੀ ਪਦਾਰਥ ਹੈ, ਜਿਵੇਂ ਮਾਇਆ ਹੋ ਗਈ, ਕੋਈ ਘਰ ਹੋ ਗਿਆ, ਜਾਂ ਕੁਝ ਵੀ ਆਪਾਂ ਲੈ ਲਈਏ, ਜਿਹੜਾ ਮਾਇਆ ਦੇ ਨਾਲ ਖਰੀਦਣਾ ਚਾਹੁੰਦਾ ਸੀ, ਉਹਦੇ ਵਾਸਤੇ ਇਹ ਗੁਰਦੁਆਰਿਆਂ ਦੇ ਵਿੱਚ ਧਰਮਸ਼ਾਲਾਵਾਂ 'ਚ ਜਾ ਕੇ ਧਾਰਮਿਕ ਸਥਾਨਾਂ ਦੇ ਉੱਤੇ ਅਰਦਾਸਾਂ ਕਰਵਾਉਂਦਾ ਹੈ ਕਿ ਮੈਨੂੰ ਆਹ ਕੁਝ ਪ੍ਰਾਪਤ ਹੋ ਜਾਵੇ। ਹਾਲਾਂਕਿ ਘਰ ਜਿਹੜਾ ਹੈ ਉਹਦੀ ਉਦਮ ਕਰਨ ਦੇ ਨਾਲ ਪ੍ਰਾਪਤ ਹੋਣਾ ਹੈ। ਮਾਇਆ ਜਿਹੜੀ ਆਪਾਂ ਗੁਜਰਾਨ ਵਾਸਤੇ ਰੱਖਣੀ ਹੈ, ਉਹ ਸਾਡੇ ਕਿਰਤ ਕਰਿਆ ਉਦਮ ਕਰਿਆ ਹੋਣੀ ਹੈ, ਉਹਦੇ ਵਾਸਤੇ ਇਹ ਯਤਨ ਨਹੀਂ ਕਰਦਾ। ਤੇ ਸਤਿਗੁਰ ਮਹਾਰਾਜ ਕਹਿੰਦੇ ਨੇ, ਇਹਦੇ ਯਤਨ ਕੀ ਹੈ? ਤੋਹ ਕੁੱਟੇ ਮਨਮੁਖ ਕਰਮ ਕਰੇ ਭਾਈ, ਪੱਲੇ ਕਛੂ ਨਾ ਪਾਏ। ਤੋਹ ਕੁੱਟੇ ਦਾ ਮਤਲਬ ਵੀ ਜਿਹੜੇ ਫਸਲ ਦੇ ਦਾਣਿਆਂ ਦੇ ਉੱਪਰਲੇ ਛਿੱਲੜ ਹੁੰਦੇ ਨਾ, ਉਹਨਾਂ ਨੂੰ ਕੁੱਟੀ ਜਾਣਾ, ਇਹ ਮਨਮੁਖ ਦਾ ਕਰਮ ਹੈ। ਤੇ ਸਤਿਗੁਰ ਕਹਿਣ ਲੱਗੇ, ਪੱਲੇ ਕਿਛੂ ਨਾ ਪਾਏ, ਪੱਲੇ ਇਹਦੇ ਕੁਝ ਵੀ ਨਹੀਂ ਜੇ ਪੈਣਾ। ਇਸ ਤਰ੍ਹਾਂ ਪ੍ਰੀਤ ਨਹੀਂ ਪੈਦਾ ਹੋਣੀ। ਸਤਿਗੁਰ ਕਹਿਣ ਲੱਗੇ, ਮਨ ਦਾ ਵਿਸ਼ਾ ਜਿਹੜਾ ਹੈ ਉਹ ਰੱਬੀ ਪ੍ਰੀਤ ਹੈ, ਤਨ ਦਾ ਵਿਸ਼ਾ ਜਿਹੜਾ ਹੈ ਉਹ ਦੁਨਿਆਵੀ ਮਾਇਆ ਹੈ। ਸਰੀਰਕ ਨਿਰਵਾਹ ਤੇਰੀ ਦੁਨੀਆ ਦੇ ਧਨ ਪਦਾਰਥਾਂ ਦੇ ਨਾਲ ਹੋਣੀ ਹੈ, ਜਿਹੜੀ ਤੈਨੂੰ ਕਿਰਤ ਦੇ ਵਿੱਚੋਂ ਪ੍ਰਾਪਤ ਕਰਨੀ ਪਏਗੀ। ਤੇ ਦੂਜੇ ਪਾਸੇ ਮਨ ਜੋੜਨਾ ਹੈ ਤੇ ਰੱਬ ਦੇ ਨਾਲ ਪ੍ਰੀਤ, ਚੰਗੇ ਕਰਮ ਕਰਨੇ ਪਏਗੇ। ਤੇ ਫਿਰ ਸਤਿਗੁਰੂ ਮਹਾਰਾਜ ਕਹਿਣ ਲੱਗੇ, ਭਗਤ ਕਬੀਰ ਜੀ ਕਹਿੰਦੇ ਨੇ, ਤ੍ਰਿਗ ਤਨ ਤ੍ਰਿਗ ਧਨ, ਤ੍ਰਿਗ ਏ ਮਾਇਆ, ਤ੍ਰਿਗ ਤ੍ਰਿਗ ਮਤ ਬੁੱਧ ਫਨੀ। ਤ੍ਰਿਗ ਦਾ ਮਤਲਬ ਹੁੰਦਾ ਫਟਕਾਰ ਯੋਗ। ਸਤਿਗੁਰ ਕਹਿਣ ਲੱਗੇ, ਇਹਦਾ ਤਨ ਜਿਹੜਾ ਹੈ ਸਰੀਰ, ਉਹ ਵੀ ਤਰਕਾਰ ਯੋਗ ਹੈ। ਧਨ ਜਿਹੜਾ ਹੈ, ਜਿਹਦੇ ਕਾਰਨ ਇਹ ਰੱਬ ਨੂੰ ਵਿਸਾਰ ਦਿੰਦਾ, ਉਹ ਵੀ ਤਰਕਾਰ ਯੋਗ ਹੈ। ਤੇ ਨਾਲ ਕਹਿੰਦੇ ਨੇ, ਤ੍ਰਿਗ ਇਹ ਮਾਇਆ, ਜਿਹਦੇ ਨਾਲ ਇਹਦੇ ਤੇ ਪ੍ਰਮਾਤਮਾ ਦੇ ਵਿਚਕਾਰ ਫਰਕ ਪੈ ਗਿਆ, ਇਹਨੇ ਰੱਬ ਨੂੰ ਵਿਸਾਰ ਦਿੱਤਾ, ਉਹ ਵੀ ਲਾਹਨਤ ਯੋਗ ਹੈ, ਫਟਕਾਰ ਯੋਗ ਹੈ। ਤ੍ਰਿਗ ਤ੍ਰਿਗ ਮਤ ਬੁੱਧ ਫਨੀ। ਮਨੁੱਖ ਦੀ ਅਕਲ ਜੋ ਧਨ ਪਦਾਰਥਾਂ ਦੀ ਖਾਤਰ ਹੋਰਨਾਂ ਨੂੰ ਬੁੱਧ ਫਨੀ, ਫਨੀ ਦਾ ਮਤਲਬ ਫਾਹਾ ਦੇਣ ਵਾਲੀ, ਲੋਕਾਂ ਨੂੰ ਧੋਖਾ ਦੇਣ ਵਾਲੀ, ਉਹ ਬੁੱਧ, ਉਹ ਵੀ ਸਤਿਗੁਰ ਕਹਿਣ ਲੱਗੇ ਇਹ ਲਾਹਨਤ ਯੋਗ ਹੈ। ਕਿਉਂਕਿ ਬੁੱਧ ਤੇ ਹਰੇਕ ਨੂੰ ਦਿੱਤੀ ਹੈ, ਉਸ ਬੁੱਧ ਨੂੰ ਚੰਗੇ ਪਾਸੇ ਕਿਵੇਂ ਲਾਉਣਾ ਹੈ, ਤੇ ਮਾੜੇ ਪਾਸੇ ਤੇ ਜਾਂਦੀ ਹੀ ਜਾਂਦੀ ਹੈ ਇਹ ਬੁੱਧ। ਇਸੇ ਕਰਕੇ ਅਸੀਂ ਪਰਮੇਸ਼ਰ ਦੇ ਕੋਲੋਂ
ਚੰਗੀ ਬੁੱਧ ਜਿਹੜੀ ਆ ਉਹ ਵੀ ਮੰਗਦੇ ਆ। ਬੁੱਧ ਦੀ ਘਾੜਤ ਜਿਹੜੀ ਆ ਉਹ ਵੀ ਰੱਬ ਦੇ ਕੋਲੋਂ ਮੰਗਦੇ ਹਾਂ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਗੌੜੀ ਰਾਗ ਦੇ ਵਿੱਚ, ਬਿਨ ਹਰ ਭਜਨ ਦੇਖੋ ਬਿਲ ਲਾਤੇ, ਧ੍ਰਿਗ ਤਨ ਧ੍ਰਿਗ ਧਨ ਮਾਇਆ ਸੰਗਰਾਤੇ। ਜਿਉ ਬਗਾਰੀ ਕੇ ਸਿਰ ਦੀਜੇ ਦਾਮ, ਜਿਵੇਂ ਬਗਾਰੀ ਦੇ ਸਿਰ ਉੱਪਰ ਕੋਈ ਪਦਾਰਥ ਲਾ ਦਿੱਤਾ ਜਾਵੇ, ਪਰ ਉਹਦਾ ਮੁਆਵਜ਼ਾ ਭਾਵ ਉਹਨੂੰ ਲਾਭ ਕੋਈ ਨਾ ਹੋਵੇ, ਉਹ ਖਸਮੇ ਕੀ ਗ੍ਰਹਿ ਉਹਨ ਦੁਖ ਸਹਾਮ। ਜੋ ਸੁਪਨੇ ਹੋਏ ਬੈਸਤ ਰਾਜਾ, ਨੇਤਰ ਪਸਾਰੇ ਤਾਂ ਨਰਾਰਥ ਕਾਜਾ। ਜਿਵੇਂ ਕੋਈ ਸੁਪਨੇ ਹੋਏ ਬੈਸਤ ਰਾਜਾ, ਸੁਪਨੇ ਦੇ ਵਿੱਚ ਰਾਜਾ ਬਣ ਜਾਏ, ਪਰੰਤੂ ਜਦੋਂ ਉਹਦਾ ਨੇਤਰ, ਉਹਦੀ ਜਾਗ ਖੁੱਲੇ ਤੇ ਉਹ ਉਵੇਂ ਦਾ ਉਵੇਂ ਹੀ ਹੁੰਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਫਿਰ ਅਗਲੀ ਪੰਕਤੀ ਦੇ ਵਿੱਚ ਭਗਤ ਕਬੀਰ ਜੀ ਕਹਿੰਦੇ ਨੇ, ਇਸ ਮਾਇਆ ਕੋ ਦਿੜ ਕਰ ਰੱਖੋ, ਬਾਂਦੇ ਆਪ ਬਚਨੀ। ਇਸ ਮਾਇਆ ਕੋ ਦਿੜ ਕਰ ਰੱਖ। ਇਸ ਮਾਇਆ ਨੂੰ ਸਤਿਗੁਰੂ ਮਹਾਰਾਜ ਕਹਿੰਦੇ ਨੇ, ਹੈ ਮਾਲਕ ਤੂੰ ਆਪ ਹੀ ਬੰਨ ਕੇ ਰੱਖ, ਕਿਉਂਕਿ ਬੰਦੇ ਆਪ ਬਚਨੀ, ਇਹਨੂੰ ਆਪਣੇ ਵਿੱਚ ਤੂੰ ਹੀ ਕਾਬੂ ਕਰ ਸਕਦਾ ਹੈ। ਇਸ ਮਾਇਆ ਕੋ ਦਿੜ ਕਰ ਰੱਖੋ। ਇਸ ਮਾਇਆ ਨੂੰ, ਕਿਉਂਕਿ ਤੇਰੇ ਹੁਕਮ ਦੇ ਵਿੱਚ ਚੱਲਦੀ ਹੈ, ਤੇਰੇ ਹੁਕਮ ਦੇ ਵਿੱਚ ਚੱਲਿਆ ਹੀ ਇਹਨੇ ਜਿਹੜਾ ਹੈ ਪਕੜਨ ਦੇ ਵਿੱਚ ਆਉਣਾ ਹੈ, ਤੇ ਆਪ ਹੀ ਤੂੰ ਆਪਣੇ ਜੀਵਾਂ ਨੂੰ ਬਚਾ ਸਕਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਰੇ ਮਨ ਬਿਨ ਹਰ ਜਹ ਰਚੋ, ਤਹਿ ਤਹਿ ਬੰਧਨ ਪਾਏ। ਜਹ ਬਿਦ ਕਤੋ ਨਾ ਛੁਟੀਏ, ਸਾਕਤ ਦਿਓ ਕਮਾਏ। ਹਉ ਹਉ ਕਰਤੇ ਕਰਮ ਰਤ, ਤਾਕੂ ਭਾਰ ਅਪਾਰ। ਪ੍ਰੀਤ ਨਹੀਂ ਜੋ ਨਾਮ ਸਿਓ, ਤੋ ਇਉ ਕਰਮ ਵਿਕਾਰ। ਬਾਂਧੇ ਜਮ ਕੀ ਜੇਵਰੀ, ਮਿੱਠੀ ਮਾਇਆ ਰੰਗ। ਭ੍ਰਮ ਕੇ ਮੋਹੇ ਨਹਿ ਬੁਝੇ, ਸੋ ਪ੍ਰਭ ਸਦਹੋ ਸੰਗ। ਲਿਖੈ ਗਣਤ ਨਾ ਛੁਟੀਐ, ਕਾਚੀ ਪੀਤ ਨਾ ਸ਼ੁੱਧ। ਜਿਸੇ ਬੁਝਾਏ ਨਾਨਕਾ, ਤੈ ਗੁਰਮੁਖ ਨਿਰਮਲ ਬੁੱਧ। ਜਿਹਨੂੰ ਉਹ ਸੋਝੀ ਦੇ ਦਿੰਦਾ ਹੈ, ਜਿਹਨੂੰ ਉਹ ਬਖਸ਼ਿਸ਼ ਕਰ ਦਿੰਦਾ ਹੈ, ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ, ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ। ਤੇ ਅਖੀਰਲੇ ਪਦੇ ਦੇ ਵਿੱਚ ਭਗਤ ਕਬੀਰ ਜੀ ਫਿਰ ਕਹਿੰਦੇ ਨੇ, ਕਿਆ ਖੇਤੀ ਕਿਆ ਲੇਵਾ ਦੇਵੀ, ਪਰ ਪੰਚ ਝੂਠ ਗੁਮਾਨਾ। ਭਗਤ ਕਬੀਰ ਜੀ ਕਹਿੰਦੇ ਨੇ, ਕੀ ਖੇਤੀ ਤੇ ਕੀ ਵਪਾਰ। ਲੇਵਾ ਦੇਵੀ ਦਾ ਮਤਲਬ ਵਪਾਰ, ਪਰ ਪੰਚ ਝੂਠ ਗੁਮਾਨਾ। ਜਗਤ ਦੇ ਇਸ ਪਸਾਰੇ ਦਾ ਮਾਣ ਕੂੜਾ ਹੈ। ਭਾਵ ਭਗਤ ਕਬੀਰ ਜੀ ਕਹਿੰਦੇ ਨੇ, ਜੇ ਤੇ ਕਾਰਜ ਕਰਦਿਆਂ ਹੋਇਆਂ, ਕੰਮ ਕਰਦਿਆਂ ਹੋਇਆਂ ਤੈਨੂੰ ਮਾਲਕ ਚੇਤੇ ਹੈ, ਫਿਰ ਤੇ ਤੇਰੇ ਵਾਸਤੇ ਬਹੁਤ ਵਧੀਆ ਹੈ। ਪਰ ਜੇਕਰ ਤੂੰ ਮਾਲਕ ਨੂੰ ਵਿਸਾਰ ਦਿੱਤਾ, ਤੇ ਭਗਤ ਕਬੀਰ ਜੀ ਕਹਿਣ ਲੱਗੇ, ਫਿਰ ਇਹ ਤੇ ਜਗਤ ਦੇ ਇਸ ਪਸਾਰੇ ਦਾ ਮਾਣ ਜਿਹੜਾ ਹੈ ਨਾ, ਗੁਮਾਨਾ ਦਾ ਮਤਲਬ ਮਾਣ, ਮਾਣ ਕਰਨਾ ਉਸ ਪਸਾਰੇ ਦਾ, ਵੀ ਮੈਂ ਇਤਨਾ ਕੁ ਪਸਾਰਾ ਪਸਾਰਿਆ ਹੋਇਆ ਹੈ। ਭਗਤ ਕਬੀਰ ਜੀ ਕਹਿਣ ਲੱਗੇ, ਇਹ ਪ੍ਰਪੰਚ ਹੀ ਹੈ, ਕੇਵਲ ਤੇ ਕੇਵਲ ਝੂਠਾ ਮਾਣ ਹੀ ਹੈ। ਸਤਿਗੁਰੂ ਜੀ ਕਹਿੰਦੇ ਨੇ, ਪੰਚਮ ਪੰਚ ਪ੍ਰਧਾਨ ਤੇ, ਜਹ ਜਾਣਿਓ ਪ੍ਰਪੰਚ। ਕੁਸਮ ਬਾਸ ਬੋ ਰੰਗ ਕਣੋ, ਸਭ ਮਿਥਿਆ ਬਲਵੰਚ। ਨਹਿ ਜਾਪੇ ਨਹਿ ਬੁਝੀਏ, ਨਹਿ ਕਿਛ ਕਰਤ ਵਿਚਾਰ। ਸਵਾਦ ਮੂੰਹ ਰਸ ਬੇਦਿਓ, ਅਗਿਆਨ ਰਚਿਓ ਸੰਸਾਰ। ਇਹ ਮਨੁੱਖ ਅਗਿਆਨਤਾ ਦੇ ਵਿੱਚ ਫਸਿਆ ਹੋਇਆ, ਦੁਨੀਆ ਦੇ ਰਸ ਚੱਖਦਾ ਹੋਇਆ, ਇਹ ਆਪਣੀ ਜ਼ਿੰਦਗੀ ਜਿਹੜੀ ਆ ਨਾ, ਉਹਨੂੰ ਗੁਜ਼ਾਰਦਾ ਰਹਿੰਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਮਾਇਆ ਮਮਤਾ ਛੋਡੀ ਨਾ ਜਾਈ। ਸੇ ਛੁਟੇ ਸਚ ਕਾਰ ਕਮਾਈ। ਅਹਨਸ ਭਗਤ ਰਤੇ ਵਿਚਾਰੀ, ਠਾਕਰ ਸਿਉ ਬਣ ਆਈ ਹੈ। ਸਤਿਗੁਰੂ ਕਹਿੰਦੇ ਨੇ, ਇਹ ਮਾਇਆ ਮਮਤਾ ਜਿਹੜੀ ਹੈ ਉਹ ਛੱਡੀ ਨਹੀਂ ਜਾਂਦੀ, ਕਿਉਂਕਿ ਝੂਠੇ ਪ੍ਰਪੰਚ ਦੇ ਵਿੱਚ ਫਸਿਆ ਹੋਇਆ ਮਨੁੱਖ, ਆਹ ਕੁਝ ਮੇਰਾ ਹੈ, ਆਹ ਕੁਝ ਮੇਰਾ ਹੈ, ਇਹ ਦੁਨੀਆ ਨੂੰ ਦੱਸਦਾ ਪਿਆ ਹੈ। ਪਰ ਸਤਿਗੁਰੂ ਮਹਾਰਾਜ ਕਹਿਣ ਲੱਗੇ, ਸੇ ਛੁੱਟੇ, ਉਹ ਛੁੱਟ ਜਾਂਦੇ ਨੇ ਜਿਹੜੇ ਮਾਲਕ ਦੇ ਨਾਲ ਜੁੜ ਜਾਂਦੇ ਨੇ। ਸੱਚ ਕਾਰ ਕਮਾਈ, ਐਨਸ ਭਗਤ ਰਤੇ ਵਿਚਾਰੀ, ਠਾਕਰ ਸਿਉ ਬਣ ਆਈ ਹੈ। ਉਹਨਾਂ ਦੀ ਪਰਮੇਸ਼ਰ ਦੇ ਨਾਲ ਬਣ ਆਉਂਦੀ ਹੈ। ਤੇ ਅਖੀਰਲੀ ਤੁਕ ਦੇ ਵਿੱਚ ਫਿਰ ਭਗਤ ਕਬੀਰ ਜੀ ਕਹਿੰਦੇ ਨੇ, ਕਹਿ ਕਬੀਰ ਤੇ ਅੰਤ ਬਿਗੁਤੇ, ਆਇਆ ਕਾਲ ਨਿਧਾਨਾ।
ਭਗਤ ਕਬੀਰ ਜੀ ਕਹਿੰਦੇ ਨੇ ਅੰਤ ਬਿਗੁਤੇ, ਭਾਵ ਅੰਤ ਨੂੰ ਉਹ ਲੋਕ ਖੁਆਰ ਹੁੰਦੇ ਨੇ ਤੇ ਇਸ ਜ਼ਿੰਦਗੀ ਜਿਉਂਦਿਆਂ ਖੁਆਰ ਹੁੰਦਿਆਂ ਹੁੰਦਿਆਂ ਤੇ ਭਗਤ ਕਬੀਰ ਜੀ ਨੇ ਕਹਿੰਦੇ ਨੇ ਆਇਆ ਕਾਲ ਨਿਦਾਨਾ। ਨਿਦਾਨਾ ਦਾ ਮਤਲਬ ਉੜਕ, ਮੌਤ ਜਿਹੜੀ ਹੈ, ਕਾਲ ਦਾ ਮਤਲਬ ਮੌਤ, ਤੇ ਮੌਤ ਜਿਹੜੀ ਹੈ ਉਹ ਆ ਜਾਂਦੀ ਹੈ। ਤੇ ਫਿਰ ਸਤਿਗੁਰੂ ਮਹਾਰਾਜ ਕਹਿਣ ਲੱਗੇ ਇਸ ਸੰਸਾਰ ਦੇ ਵਿੱਚ ਜੋ ਖੱਟਿਆ ਸੀ ਕੇਵਲ ਤੇ ਕੇਵਲ ਉਹਨੂੰ ਵਾਸਤੇ ਦਾ ਪਛਤਾਵਾ ਹੀ ਬਣਿਆ ਰਹਿੰਦਾ ਹੈ, ਕਿਉਂਕਿ ਇਸ ਮਾਇਆ ਨੇ ਜੇ ਪਰਮੇਸ਼ਰ ਨੂੰ ਵਿਸਾਰਿਆ, ਜੇ ਪਰਮੇਸ਼ਰ ਨੂੰ ਚੇਤੇ ਨਹੀਂ ਕੀਤਾ ਤੇ ਇਸ ਮਾਇਆ ਦੇ ਵਿੱਚ ਹੀ ਖੱਚਤ ਰਿਹਾ ਤੇ ਅੰਤ ਸਮੇਂ ਇਹਨੇ ਮਨੁੱਖ ਦਾ ਸਾਥ ਨਹੀਂ ਦੇਣਾ। ਜਿਵੇਂ ਪਹਿਲਾਂ ਮੈਂ ਬੇਨਤੀ ਕੀਤੀ ਸੀ ਕਿ ਮਾਇਆ ਜੂੰਦਿਆਂ ਜੀ ਸਰੀਰਕ ਕਿਰਿਆ ਨੂੰ ਚਲਾਉਣ ਵਾਸਤੇ ਹੀ ਸਹਾਇਤਾ ਕਰਦੀ ਹੈ। ਅੱਗੇ ਮਨ ਦੀ ਗੱਲ ਹੋਣੀ ਹੈ, ਕਿਉਂਕਿ ਮਨ ਨੇ ਜਾਂ ਇਸ ਜੀਵ ਆਤਮਾ ਜਿਹੜੀ ਮਨੁੱਖ ਦੇ ਵਿੱਚ ਵਸਦੀ ਹੈ ਉਹਨੂੰ ਅੱਗੇ ਮਿਲਾਪ ਕਰਨ ਦੀ ਸਾਧਨ ਹੈ ਤੋਂ ਪਰਮੇਸ਼ਰ ਦਾ ਨਾਮ ਹੈ, ਤੇ ਉਹਦੇ ਵਾਸਤੇ ਸਾਨੂੰ ਪਰਮੇਸ਼ਰ ਦਾ ਨਾਮ ਜਪਣਾ ਹੀ ਪਏਗਾ। ਨਹੀਂ ਤੇ ਮਨੁੱਖ, ਸਤਿਗੁਰ ਕਹਿੰਦੇ ਨੇ, ਹਉਮੈ ਕਰੇ ਕਰਾਵੇ ਹਉਮੈ, ਪਾਪ ਕੋਇਲੇ ਆਣ ਜਮਾਵੇਂਗੋ, ਆਇਆ ਕਾਲ ਦੁਖਦਾਈ ਹੋਏ, ਜੋ ਬੀਜੇ ਸੋ ਖਵਲਾਵੇਂਗੋ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਹਉਮੈ ਦੇ ਵਿੱਚ ਫਸਿਆ ਹੋਇਆ ਕਾਰ ਕਮਾਉਂਦਾ ਰਿਹਾ, ਪਾਪ ਕਰਦਾ ਰਿਹਾ, ਤੇ ਜਦੋਂ ਕਾਲ ਮੌਤ ਆਈ ਫਿਰ ਉਹ ਮੌਤ ਦੁਖਦਾਈ ਬਣੀ। ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਜੋ ਬੀਜਿਆ ਉਹੀ ਤੈਨੂੰ ਫਿਰ ਅੱਗੇ ਖਾਣਾ ਪੈਣਾ ਹੈ। ਸੋਰਠ ਰਾਗ ਦੇ ਵਿੱਚ ਭਗਤ ਕਬੀਰ ਜੀ ਵੀ ਕਹਿੰਦੇ ਨੇ ਰਾਮ ਨਾਮ ਬਿਨ ਸਭੇ ਬਿਗੁਤੇ। ਪਰਮੇਸ਼ਰ ਦੇ ਨਾਮ ਤੋਂ ਬਿਨਾ ਸਾਰੇ ਮਨੁੱਖ ਜਿਹੜੇ ਆ ਨਾ ਉਹ ਫਿਰ ਹੌਂਕੇ ਭਰਦੇ ਨੇ, ਪਛਤਾਉਂਦੇ ਨੇ। ਦੇਖੋ ਨਿਰਖ ਸਰੀਰਾ ਹਰ ਕਾ ਨਾਮ ਬਿਨ ਬਿਨ ਕਿਨਗਤ ਪਾਈ, ਕਹਿ ਉਪਦੇਸ਼ ਕਬੀਰਾ। ਕਿ ਹਰੀ ਦੇ ਪਰਮੇਸ਼ਰ ਦੇ ਨਾਮ ਤੋਂ ਬਿਨਾ ਕਿਸੇ ਨੂੰ ਵੀ ਗਤੀ ਭਾਵ ਉਹਦੀ ਜੀਵਨ ਦੀ ਪਾਰ ਉਤਾਰਾ ਨਹੀਂ ਹੋਣਾ, ਕਹਿ ਉਪਦੇਸ਼ ਕਬੀਰਾ। ਭਗਤ ਕਬੀਰ ਜੀ ਇਹੀ ਮਨੁੱਖ ਨੂੰ ਸਮਝਾਉਣਾ ਕਰਦੇ ਆ, ਕਿਉਂਕਿ ਦੁਨਿਆਵੀ ਤੌਰ ਤੇ ਪਰਮੇਸ਼ਰ ਨੂੰ ਵਿਸਾਰ ਕੇ ਤੇ ਦੁਨੀਆ ਦੇ ਪਦਾਰਥਾਂ ਦੇ ਵਿੱਚ ਖਚਤ ਹੋਇਆ ਮਨੁੱਖ, ਜਿਹਦੀ ਆਪਾਂ ਵਿਚਾਰ ਕੀਤੀ ਸੀ ਵੀ ਜਿਨ੍ਹਾਂ ਪਦਾਰਥਾਂ ਨੇ ਪਰਮੇਸ਼ਰ ਦੇ ਨਾਲੋਂ ਦੂਰੀ ਬਣਾ ਦਿੱਤੀ, ਉਹੀ ਅਸਲ ਦੇ ਵਿੱਚ ਮਾਇਆ, ਉਹੀ ਅਸਲ ਦੇ ਵਿੱਚ ਮਾਇਆ ਸਾਹਮਣੇ ਬਣਦੀ ਹੈ। ਜਿਹੜੀ ਪਦਾਰਥ, ਜਿਹੜਾ ਧਨ, ਜਿਹੜੀ ਪਦਵੀ ਮਨੁੱਖ ਨੂੰ ਰੱਬ ਦੀ ਦੂਰੀ ਬਣਾ ਦੇਵੇ ਤੇ ਉਹਦੇ ਵਿੱਚ ਖਚਦਾ ਹੈ, ਰੱਬ ਤੋਂ ਦੂਰ ਰਹੇ, ਉਹ ਮਾਇਆ ਬਣ ਜਾਂਦੀ ਹੈ। ਤੇ ਉਸ ਮਾਇਆ ਦੇ ਵਿੱਚ ਹੀ ਖਚਤ ਹੋਇਆ, ਸਤਿਗੁਰ ਕਹਿੰਦੇ ਨੇ, ਫਿਰ ਜੀਵਨ ਇਹਦਾ ਇਵੇਂ ਨਿਕਲ ਜਾਂਦਾ ਹੈ ਤੇ ਅੰਤ ਜਦੋਂ ਮੌਤ ਆਉਂਦੀ ਹੈ ਤੇ ਫਿਰ ਅੰਤ ਸਮੇਂ ਪਛਤਾਉਂਦਾ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਹਉਮੈ ਕਰਤਿਆਂ ਨਹਿ ਸੁਖ ਹੋਏ, ਮਨ ਮਨ ਮਤ ਝੂਠੀ ਸੱਚਾ ਸੋਏ, ਸਗਲ ਬਿਗੁਤੇ ਭਾਵੇਂ ਦੋਏ, ਜੋ ਕਮਾਵੇ ਧੁਰ ਲਿਖਿਆ ਹੋਏ। ਸਾਰੇ ਇਸ ਕਰਕੇ ਪਛਤਾਉਂਦੇ ਅੰਤ ਤੇ ਦੂਏ ਭਾਵ ਦੇ ਨਾਲ ਜੁੜੇ ਹੋਏ, ਰੱਬ ਨੂੰ ਵਿਸਾਰ ਕੇ ਮਾਇਆ ਦੇ ਨਾਲ ਜਿਹੜੇ ਧਨ ਪਦਾਰਥ ਰੱਬ ਦੇ ਨਾਲ ਤੋੜਦੇ ਨੇ ਉਹਦੇ ਵਿੱਚ ਫਸੇ ਹੋਏ ਤੇ ਫਿਰ ਜਿਹੜੇ ਕਾਰਜ ਕਰਦੇ ਨੇ, ਸਤਿਗੁਰੂ ਮਹਾਰਾਜ ਕਹਿਣ ਲੱਗੇ ਉਹ ਇਹਨਾਂ ਦਾ ਅੰਤ ਸਮੇਂ ਸਾਥ ਨਹੀਂ ਦਿੰਦਾ ਤੇ ਮਨੁੱਖ ਅੰਤ ਦੇ ਵਿੱਚ ਫਿਰ ਪਛਤਾਉਂਦਾ ਹੈ। ਭਗਤ ਕਬੀਰ ਜੀ ਅੱਜ ਦੇ ਸਮੁੱਚੇ ਸ਼ਬਦ ਦਾ ਜੋ ਸਾਨੂੰ ਨਿਚੋੜ ਦੱਸਦੇ ਨੇ, ਉਹ ਇਹੀ ਦੱਸਦੇ ਨੇ ਕਿ ਜੇਕਰ ਮਨੁੱਖ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਰੱਬ ਦੇ ਨਾਲੋਂ ਟੁੱਟ ਗਿਆ ਤੇ ਇਹ ਦੁਨੀਆ ਦੇ ਧਨ ਪਦਾਰਥ ਸਭ ਕੁਝ ਜਿਹੜਾ ਪਰਮੇਸ਼ਰ ਦੇ ਨਾਲੋਂ ਵਿਛੋੜ ਦਿੰਦਾ ਹੈ ਤੇ ਉਹ ਮਾਇਆ ਪਰਮੇਸ਼ਰ ਦੇ ਨਾਲੋਂ ਵਿਛੋੜ ਦਿੰਦੀ ਹੈ, ਉਹਦੇ ਚਰਨ ਵਸਾਰ ਦਿੰਦੀ ਹੈ, ਪ੍ਰੀਤ ਨਹੀਂ ਪੈਦਾ ਹੋਣ ਦਿੰਦੀ। ਤੇ ਸਤਿਗੁਰੂ ਜੀ ਕਹਿੰਦੇ ਨੇ ਬਾਣੀ ਦੇ ਅੰਦਰ ਤੇ ਭਗਤ ਕਬੀਰ ਜੀ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਇਹ ਕਹਿੰਦੇ ਨੇ ਕਿ ਮਨੁੱਖ ਵਿਚਾਰਾ ਕੀ ਕਰ ਸਕਦਾ ਹੈ ਤੇ ਰੱਬ ਦੀ ਪ੍ਰੀਤ ਤੋਂ ਬਿਨਾਂ ਇਹ ਤਨ ਧਨ ਤੇ ਉਹ ਧਨ ਪਦਾਰਥ ਉਹ ਸਾਰੀ ਲਾਹਣਤਾਯੋਗ ਹੈ, ਕਿਉਂਕਿ ਮਨੁੱਖ ਦੀ ਬੁੱਧ ਜਿਹੜੀ ਹੈ ਉਹ ਭੈੜੇ ਪਾਸੇ ਵਾਲੇ ਲੱਗੀ ਰਹਿੰਦੀ ਹੈ। ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਕਿ ਉਹ ਭੈੜੇ ਕੰਮਾਂ ਦੇ ਵਿੱਚ ਪ੍ਰਵਰਤ ਰਹਿੰਦਾ ਹੈ ਤੇ ਭਗਤ
ਕਬੀਰ ਜੀ ਕਹਿੰਦੇ ਨੇ ਵੀ ਇਸ ਮਾਇਆ ਨੂੰ ਐ ਮਾਲਕ ਤੁਸੀਂ ਆਪ ਹੀ ਬੰਨ੍ਹ ਕੇ ਰੱਖੋ। ਤੇ ਮਨੁੱਖ ਜਿਹੜਾ ਹੈ ਉਹ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਗੁਮਾਨ ਦੇ ਵਿੱਚ, ਹੰਕਾਰ ਦੇ ਵਿੱਚ ਤੇ ਝੂਠੇ ਪ੍ਰਪੰਚ ਦੇ ਵਿੱਚ ਫਸਿਆ ਰਹਿੰਦਾ ਹੈ। ਇਹੋ ਜਿਹਾ ਫਸਿਆ ਹੋਇਆ ਅੰਤ ਸਮੇਂ ਜਦੋਂ ਮੌਤ ਆਉਂਦੀ ਹੈ ਤੇ ਭਗਤ ਕਬੀਰ ਜੀ ਕਹਿਣ ਲੱਗੇ ਫਿਰ ਪਛਤਾਉਣਾ ਪੈਂਦਾ ਹੈ ਉਸਨੂੰ। ਸਤਿਗੁਰ ਕਿਰਪਾ ਕਰੇ ਅਸੀਂ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ, ਕਿਰਤ ਵਿਰਤ ਕਰਦਿਆਂ ਹੋਇਆਂ, ਸਰੀਰਕ ਨਿਰਵਾਹ ਦੇ ਵਾਸਤੇ ਜੋ ਸਾਨੂੰ ਚਾਹੀਦਾ ਹੈ ਉਹਦੇ ਵਾਸਤੇ ਧਨ ਪਦਾਰਥ ਮਾੜੇ ਨਹੀਂ ਹੈ, ਉਹਨੂੰ ਇਕੱਠਿਆਂ ਕਰਦਿਆਂ ਹੋਇਆਂ, ਉਹਨੂੰ ਸਹੂਲਤ ਦੇ ਵਾਸਤੇ ਵਰਤਦਿਆਂ ਹੋਇਆਂ ਤੇ ਕਿਸੇ ਦੂਸਰੇ ਦੇ ਵਾਸਤੇ ਪਰਉਪਕਾਰ ਦੇ ਵਾਸਤੇ ਵਰਤਿਆਂ ਹੋਇਆਂ ਜੀਵਨ ਵਿਚਾਰੀਏ। ਪਰ ਰੱਬ ਪਰਮੇਸ਼ਰ ਅਕਾਲ ਪੁਰਖ ਨੂੰ ਸਦਾ ਹੀ ਯਾਦ ਰੱਖੀਏ। ਜੇ ਯਾਦ ਰੱਖਾਂਗੇ ਤੇ ਫਿਰ ਇਹ ਮਾਇਆ ਜਿਹੜੀ ਹੈ ਇਹ ਧਨ ਪਦਾਰਥ ਸਾਡੇ ਅਧੀਨ ਚੱਲੇਗੀ, ਸਾਡੀ ਸੇਵਾ ਕਰੇਗੀ, ਭਾਵ ਸਾਡੀ ਸਰੀਰਕ ਲੋੜਾਂ ਦੀ ਪੂਰਤੀ ਹੋਏਗੀ ਤੇ ਮਨ ਦੀ ਪੂਰਤੀ ਨਾਮ ਜਪਦਿਆਂ ਹੋਇਆਂ ਉਸ ਮਾਲਕ ਦੇ ਨਾਲ ਜੁੜ ਜਾਵਾਂਗੇ। ਸਤਿਗੁਰ ਕਿਰਪਾ ਕਰਨ। ਵਿਚਾਰਾਂ ਦੀ ਸਾਂਝ ਕਰਦਿਆਂ ਹੋਈਆਂ ਬਿਆਨ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਵੀਰ ਨਛੱਤਰ ਸਿੰਘ ਜੀ, ਆਪ ਜੀ ਨੇ ਬਹੁਤ ਹੀ ਪਿਆਰ ਨਾਲ ਔਰ ਬਹੁਤ ਵਧੀਆ ਜਿਹੜੇ ਤਰੀਕੇ ਨਾਲ ਭਗਤ ਕਬੀਰ ਜੀ ਦਾ ਬਿਲਾਵਲ ਰਾਗ ਦਾ ਇਹ ਸ਼ਬਦ, ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਬਿਸਾਰੇ, ਕਿੰਚਤ ਪ੍ਰੀਤ ਨ ਉਪਜੈ ਜਨ, ਉਹ ਜਨ ਕਹਾਂ ਕਰੇ ਵਿਚਾਰੇ।